रेडियो पंजाब टुडे सुनने वाले तमाम ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇਵਾਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਇਸ ਵਕਤ ਤੁਸੀਂ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਦੇ ਉੱਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹੁਣ ਇਸ ਸਮੇਂ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਜੁੜੇ ਹੋਏ ਨੇ। ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਅੱਗੇ ਲੈ ਕੇ ਚੱਲੀਏ, ਜੇਕਰ ਤੁਹਾਡਾ ਕੋਈ ਬੱਚਾ ਅਮਰੀਕਾ ਜਾ ਰਿਹਾ ਹੈ ਅਤੇ ਰਸਤੇ ਦੇ ਵਿੱਚ ਹੈ ਤਾਂ ਤੁਸੀਂ ਉਹਨਾਂ ਨੂੰ ਪੱਕੇ ਕਰਵਾਉਣ ਦੇ ਲਈ ਵਕੀਲ ਲੱਭ ਰਹੇ ਹੋ ਤਾਂ ਤੁਸੀਂ ਸੀਨੀਅਰ ਅਟਾਰਨੀ ਐਮੀ ਗੈਲ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦੀ ਲਾ ਫਰਮ ਗੈਲ ਐਂਡ ਗੈਲ ਪਿਛਲੇ ਕਈ ਸਾਲਾਂ ਤੋਂ ਹਜ਼ਾਰਾਂ ਸਿੱਖਾਂ ਨੂੰ ਪੱਕੇ ਕਰਵਾ ਚੁੱਕੀ ਹੈ। ਜਾਂ ਫਿਰ ਪੰਜਾਬੀ ਦੇ ਵਿੱਚ ਗੱਲਬਾਤ ਕਰਨੀ ਹੈ ਤਾਂ ਤੁਸੀਂ ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਹੋਰਾਂ ਨਾਲ 7186121188 ਦੇ ਉੱਤੇ ਕਾਲ ਕਰ ਸਕਦੇ ਹੋ। ਤੁਹਾਡਾ ਇੰਡੀਆ ਦੇ ਵਿੱਚ ਕੋਈ ਬਿਜ਼ਨਸ ਹੈ ਅਤੇ ਅਮਰੀਕਾ 'ਚ ਬਿਜ਼ਨਸ ਸੈੱਟ ਕਰਨਾ ਚਾਹੁੰਦੇ ਹੋ ਤਾਂ ਵੀ ਨਾਲ ਹੀ ਆਪਣੇ ਬੱਚਿਆਂ ਨੂੰ ਲੈ ਕੇ ਜਾਣਾ ਤਾਂ ਵੀ ਤੁਸੀਂ ਰਾਜਵੀਰ ਸਿੰਘ ਹੋਰਾਂ ਦੇ ਨਾਲ ਰਾਬਤਾ ਕਾਇਮ ਕਰ ਲਓ। ਕਿਸ ਨਵੀਂ ਫਰਮ ਬਣਾਉਣੀ ਹੈ ਜਾਂ ਫਿਰ ਅਕਾਊਂਟਸ ਦੀ ਕੋਈ ਤੁਹਾਨੂੰ ਸੇਵਾਵਾਂ ਚਾਹੀਦੀਆਂ ਨੇ ਤਾਂ ਹਮੇਸ਼ਾ ਯਾਦ ਰੱਖੋ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਅਤੇ ਲੋਕਪਾਲ ਸਿੰਘ ਸੋਲ ਹੋਰੀ, ਜਿਨ੍ਹਾਂ ਦੀ ਲੋਕੇਸ਼ਨ ਹੈ ਜੀ ਕੈਂਟ ਵਾਸ਼ਿੰਗਟਨ ਦੇ ਵਿੱਚ 24915104 ਐਵੀਨਿਊ 'ਤੇ। ਫੋਨ ਨੰਬਰ ਹੈ 2535208886 253-520-8886। ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਹੀ ਮਸ਼ਹੂਰ ਨਾਮ ਵਾਸ਼ਿੰਗਟਨ ਫਰੇਟ ਸਰਵਿਸ ਦਾ। ਸੈਟਲ ਦੇ ਵਿੱਚ ਇਹ ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੇ ਨੇ। ਚੰਗੇ ਬੋਨਸ ਦੇ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ। ਜਗਦੇਵ ਸੰਧੂ ਹੋਰਾਂ ਦੇ ਨਾਲ 2532666924 ਜਾਂ ਫਿਰ ਗੁਰਵਿੰਦਰ ਧਾਲੀਵਾਲ ਹੋਰਾਂ ਦੇ ਨਾਲ 2063544060 ਦੇ ਉੱਤੇ ਕਾਲ ਕਰ ਸਕਦੇ ਹੋ। ਕਿਸੇ ਤਰ੍ਹਾਂ ਦੇ ਬਿਜ਼ਨਸ ਦੀ ਕੰਸਟਰਕਸ਼ਨ ਕਰਾਉਣੀ ਹੈ, ਐਡੀਸ਼ਨ ਕਰਾਉਣੀ ਹੈ ਜਾਂ ਹੋਰ ਘਰ ਬਣਾਉਣਾ ਹੈ ਤਾਂ ਤੁਸੀਂ 2069415454 ਦੇ ਉੱਤੇ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਅਮਰੀਕਾ ਅਤੇ ਕੈਨੇਡਾ ਭਾਰਤ ਅਤੇ ਕੈਨੇਡਾ ਦਾ ਜਿਹੜਾ ਕਾਟੋ ਕਲੇਸ਼ ਹੈ, ਪਹਿਲਾਂ ਅੰਦਰ ਖਾਤੇ ਸੁਲਗ ਰਿਹਾ ਸੀ, ਅੱਜ ਦਾ ਨਹੀਂ, ਪਹਿਲਾਂ ਵੀ ਅੰਦਰ ਖਾਤੇ ਕੁਛ ਕਹਿੰਦੇ ਹੁੰਦੇ ਤਰੇੜਾਂ ਜਿਹੜੀਆਂ ਨੇ ਉਹ ਜਦੋਂ ਪੱਥਰ ਕੋਈ ਟੁੱਟਦਾ ਹੈ ਨਾ ਉਹਦੇ ਅੰਦਰਲੀਆਂ ਤਰੇੜਾਂ ਕਰਕੇ ਹੀ ਉਹ ਟੁੱਟਦਾ, ਕੋਈ ਇੱਕੇ ਦਮ ਨਹੀਂ ਟੁੱਟਦਾ ਹੁੰਦਾ। ਸੋ ਅੱਜ ਜਿਹੜਾ ਕਾਟੋ ਕਲੇਸ਼ ਜਿਵੇਂ ਪੰਜਾਬੀ ਕਹਿੰਦੇ ਕਿ ਦੋਨੇ ਦੇਸ਼ਾਂ ਦਾ ਸੜਕਾਂ 'ਤੇ ਆ ਗਿਆ, ਉੱਭਰ ਕੇ ਮੀਡੀਆ ਦੇ ਉੱਤੇ ਸ਼ਰੇਆਮ ਖੁੱਲ੍ਹ ਕੇ ਆ ਗਿਆ। ਦੋਵੇਂ ਦੇਸ਼ ਇੱਕ ਦੂਜੇ 'ਤੇ ਆਰੋਪ ਪ੍ਰਤੀਰੋਪ ਲਾ ਰਹੇ ਨੇ। ਬਹੁਤ ਵੱਡਾ ਚਿੰਤਾ ਦਾ ਵੀ ਵਿਸ਼ਾ ਹੈ। ਇਹਦਾ ਮੁੱਢ ਕਿੱਥੋਂ ਵੱਜਿਆ ਅਤੇ ਅੱਜ ਜਿਹੜੀ ਸਥਿਤੀ ਪਹੁੰਚੀ ਉਹ ਕਿਵੇਂ ਪਹੁੰਚੀ? ਦੇਖੋ, ਜਿੱਥੋਂ ਤੱਕ ਮੁੱਢ ਵੱਜਣ ਦਾ ਸਵਾਲ ਹੈ, ਜਿਹੜਾ ਟਰੂਡੋ ਫੈਮਿਲੀ ਹੈ ਜੀ, ਟਰੂਡੋ ਫੈਮਿਲੀ ਦਾ ਪੰਜਾਬ ਨਾਲ, ਪੰਜਾਬੀਆਂ ਨਾਲ, ਖਾਸ ਕਰਕੇ ਸਿੱਖਾਂ ਨਾਲ ਇੱਕ ਵੱਖਰੇ ਕਿਸਮ ਦਾ ਸਨੇਹ ਹੈ ਜੀ। ਜਿਹੜੇ ਇਹ ਟਰੂਡੋ ਸਾਹਿਬ ਇਸ ਵੇਲੇ ਜਸਟਿਨ ਟਰੂਡੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ, ਇਹਨਾਂ ਦੇ ਬਾਪ ਵੀ ਬੜਾ ਲੰਬਾ ਸਮਾਂ ਉੱਥੋਂ ਦੇ ਪ੍ਰਾਈਮ ਮਿਨਿਸਟਰ ਰਹੇ ਜੀ। ਔਰ ਸਭ ਤੋਂ ਪਹਿਲਾਂ ਜਿਹੜੇ ਬੰਦੇ ਸਾਡੇ ਉੱਥੇ ਗਏ ਸੀ, ਜਿਨ੍ਹਾਂ ਨੂੰ ਥੋਕ ਦੇ ਭਾਅ ਦੇ ਵਿੱਚ ਉੱਥੇ PR-ਸ਼ਿਪ ਦਿੱਤੀ ਹੈ, ਕਲੀਅਰ ਕੀਤਾ, ਤਾਂ ਉਹ ਪਹਿਲੇ ਟਰੂਡੋ ਨੇ ਦਿੱਤੀ ਸੀ, ਇਹਦੇ ਬਾਪ ਨੇ ਜੀ। ਔਰ ਇਹੀ ਚੀਜ਼ ਹੈ ਕਿ ਤੁਸੀਂ ਜਿਹੜਾ ਸਾਡਾ ਪੰਜਾਬੀ ਭਾਈਚਾਰਾ ਹੈ, ਭਾਰਤੀ ਵੈਸੇ ਖਾਸ ਕਰਕੇ ਜੇ ਦੇਖੀਏ ਤਾਂ ਪੰਜਾਬੀ ਭਾਈਚਾਰਾ, ਉਹ ਟਰੂਡੋ ਅਤੇ ਟਰੂਡੋ ਦੀ ਪਾਰਟੀ ਨੂੰ ਵੋਟ ਦਿੰਦਾ ਉਸ ਵੇਲੇ ਜਦੋਂ ਇਹ ਆਪ ਲੀਡਰ ਹੋਣ ਜੀ। ਔਰ ਇਹਦੇ 'ਤੇ ਜਿਹੜੀ ਹੈਗੀ ਹੈ, ਜਿਹੜੀਆਂ ਭਾਰਤੀ ਹੁਕੂਮਤਾਂ ਸਮੇਂ ਦੀਆਂ ਪੰਜਾਬ ਦੇ ਨਾਲ ਦਿੱਲੀ ਦਾ ਜਿਹੜਾ ਟਕਰਾ ਹੈ ਉਹ ਸ਼ੁਰੂ ਤੋਂ ਹੀ ਰਿਹਾ ਜੀ। ਕੁਝ ਜਾਇਜ਼ ਮੰਗਾਂ ਪੰਜਾਬੀਆਂ ਦੀਆਂ, ਲੇਕਿਨ ਜਦੋਂ ਜਾਇਜ਼ ਮੰਗਾਂ ਨੂੰ ਵੀ ਇਗਨੋਰ ਕਰ ਦਿੱਤਾ ਜਾਂਦਾ ਤਾਂ ਫਿਰ ਉਹਦੇ ਵਿੱਚੋਂ ਬੇਗਾਨਗੀ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਬੇਗਾਨਗੀ ਦੇ ਵਿੱਚੋਂ ਫਿਰ ਵੱਖਵਾਦ ਜਨਮ ਲੈਂਦਾ। ਬਿਲਕੁਲ ਸਹੀ ਗੱਲ ਹੈ। ਇਹ ਸਾਰਾ ਸਿਲਸਿਲਾ ਜਦੋਂ ਆਪਾਂ ਦੇਖਦੇ ਹਾਂ ਕਿ ਇੰਡੀਆ ਦੇ ਵਿੱਚ ਬੰਦੇ ਬੈਠੇ ਹੈ ਤਾਂ ਇੱਥੇ ਉਹਨਾਂ ਦੀ ਜਿਹੜੀ ਹੈ ਸਥਿਤੀ ਉਹ ਨਹੀਂ ਹੁੰਦੀ ਜਿਹੜੀ ਕੈਨੇਡਾ 'ਚ ਹੈ। ਕੈਨੇਡਾ ਇੱਕ ਆਪਾਂ ਕਹਿ ਸਕਦੇ ਹਾਂ ਆਜ਼ਾਦ ਸੋਚ ਵਾਲਾ ਦੇਸ਼ ਹੈ, ਜਿੱਥੇ ਹਰ ਬੰਦੇ ਨੂੰ ਮਤਲਬ ਬੋਲਣ ਦਾ ਅਧਿਕਾਰ ਹੈ,
ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦਾ ਹੱਕ ਹੈ, ਇਹ ਸਾਰਾ ਕੁਝ ਹੈ। ਤੇ ਇੰਡੀਆ ਦੇ ਵਿੱਚ ਇਸ ਤਰ੍ਹਾਂ ਨਹੀਂ ਹੋ ਸਕਦਾ। ਇੰਡੀਆ ਦੇ ਵਿੱਚ ਤਾਂ ਆਪਾਂ ਦੇਖੀਏ ਤਾਂ ਉਦੋਂ ਹੀ ਪਤਾ ਲੱਗਦਾ ਜਦੋਂ UAPA ਠੋਕ ਦਿੰਦੇ ਆ ਤੇ NSA ਠੋਕ ਦਿੰਦੇ ਆ। ਉਦੋਂ ਹੀ ਪਤਾ ਲੱਗਦਾ ਤੁਹਾਡਾ ਘਰ ਢਾਤਾ ਤੇ ਉਹਦੀ ਪਤਾ ਲੱਗਿਆ ਵੀ ਬੁਲਡੋਜ਼ਰ 'ਚ ਉਹ ਤੱਕ ਨਵਾਂ ਹੀ ਚਲਾਇਆ ਵਾ ਸਿਲਸਿਲਾ, ਕਿ ਜਿਹਦਾ ਕੋਈ ਕਾਇਦਾ ਕਾਨੂੰਨ ਹੀ ਹੈ ਨਹੀਂਗਾ। ਹਾਂ ਸਿਰਫ ਉਹ ਕਹਿੰਦੇ ਜੀ ਇਹ ਤਾਂ ਨਜਾਇਜ਼ ਬਣਾਇਆ ਵਾ, ਹੁਣ ਕੀ ਕਰੋਗੇ ਤੁਸੀਂ? ਜਾਇਜ਼ ਸਾਬਤ ਕਿਵੇਂ ਕਰੋਗੇ ਕੁਝ ਘੰਟਿਆਂ 'ਚ? ਉਦੋਂ ਨੂੰ ਭੜਕਾ ਕੇ ਪਰੇ ਕਰਦੇ ਆ। ਔਰ ਸਿੰਬਲ ਬਣ ਗਿਆ ਬੁਲਡੋਜ਼ਰ ਬਾਬਾ ਜਿਹਨੇ ਇਹ ਸਾਰਾ ਕੁਝ ਕੀਤਾ ਕਰਾਇਆ ਸੀ। ਸੋ ਉਹ ਚੱਲਦਾ ਉਹ ਹਰਿਆਣੇ 'ਚ ਵੀ ਆ ਗਿਆ। ਹਾਂ, ਕਾਫੀ ਖੁਸ਼ੀ ਹੈ। ਪੰਜਾਬ ਦੇ ਵਿੱਚ ਵੀ ਮੇਰਾ ਖਿਆਲ ਹੈ ਵੀ ਆਉਣ ਵਾਲੀ ਹੈ, ਕੋਈ ਬਹੁਤੀ ਮਤਲਬ ਦੂਰ ਨਹੀਂ ਗੱਲ। ਸੋ ਇਹ ਜਿਹੜਾ ਹੈਗਾ ਸ਼ੁਰੂ ਦੇ ਵਿੱਚ ਇੰਦਰਾ ਗਾਂਧੀ ਜਦੋਂ ਪਾਵਰ ਦੇ ਵਿੱਚ ਹੁੰਦੀ ਸੀ, ਉਦੋਂ ਇੰਦਰਾ ਗਾਂਧੀ ਵੀ ਇਸ ਗੱਲ ਦੇ ਉੱਤੇ ਦੁਖੀ ਹੁੰਦੀ ਸੀ। ਉਹਨੇ ਵੀ ਸੀਨੀਅਰ ਟਰੂਡੋ ਨੂੰ ਕਿਹਾ ਸੀਗਾ ਕਿ ਜੀ ਤੁਸੀਂ ਖਾਲਿਸਤਾਨੀਆਂ ਨੂੰ ਸਪੋਰਟ ਕਰਦੇ ਹੋ ਜੀ। ਹੁਣ ਇਹ ਟਰੂਡੋ ਸਾਹਿਬ ਆ ਗਏ ਤੇ ਇਹ ਟਰੂਡੋ ਸਾਹਿਬ ਪਿੱਛੇ ਹੀ ਆਪਣੇ ਪੰਜਾਬ ਇੰਡੀਆ ਦੇ ਵਿੱਚ ਆ ਕੇ ਗਏ ਸੀ। ਉਦੋਂ ਲੱਗਦਾ ਸੀ ਕਿ ਸੰਬੰਧ ਕੁਛ ਜਿਹੜੇ ਹੈਗੇ ਆ ਇਹਨਾਂ ਦੇ ਨਾਰਮਲ ਹੋ ਜਾਣਗੇ, ਲੇਕਿਨ ਸੰਬੰਧ ਨਾਰਮਲ ਨਹੀਂ। ਮੈਂ ਤੁਹਾਨੂੰ ਪਛਾਣ ਲੈ ਕੇ ਜਾਣਾ, ਤੁਹਾਡੇ ਯਾਦ ਹੋਣਾ ਹੈ ਇੱਕ ਵਾਰੀ ਹਰਜੀਤ ਸਿੰਘ ਸੱਜਣ ਜਿਹੜੇ ਉਸ ਵੇਲੇ ਉੱਥੋਂ ਦੇ ਡਿਫੈਂਸ ਮਿਨਿਸਟਰ ਸੀ, ਉਹ ਇੰਡੀਆ ਆਏ ਸੀ। ਜਦੋਂ ਉਹ ਇੰਡੀਆ ਦੇ ਵਿੱਚ ਆਏ ਸੀ ਤਾਂ ਉਹਨਾਂ ਨੂੰ ਵੈਲਕਮ ਨਹੀਂ ਸੀ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ, ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸੀ। ਕਾਰਨ ਉਹਦਾ ਨਿੱਜੀ ਸੀ। ਨਿੱਜੀ ਇਹ ਸੀ ਕਿ 2017 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਮਰੀਕਾ ਤੇ ਕੈਨੇਡਾ ਦੇ ਦੌਰਾ ਇਹਨਾਂ ਨੇ ਪਲਾਨ ਕੀਤਾ ਸੀ ਜੀ। ਅਮਰੀਕਾ ਚਲੇ ਗਏ ਸੀ, ਲੇਕਿਨ ਕੈਨੇਡਾ ਦੇ ਵਿੱਚੋਂ ਜਾ ਨਹੀਂ ਸਕੇ ਸੀ, ਕਿਉਂਕਿ ਕੈਨੇਡਾ ਦੇ ਵਿੱਚ ਕੁਝ ਲੋਕਾਂ ਨੇ ਐਪਲੀਕੇਸ਼ਨਾਂ ਦੇ ਦਿੱਤੀਆਂ ਸੀ ਕੈਨੇਡੀਅਨ ਸਰਕਾਰ ਨੂੰ ਕਿ ਇਹ ਪੋਲੀਟੀਕਲ ਮਕਸਦ ਵਾਸਤੇ ਆ ਰਹੇ, ਇੱਥੇ ਰੈਲੀਆਂ ਵਗੈਰਾ ਕਰਨਗੇ, ਇਹਨਾਂ ਨੂੰ ਆਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ, ਤੇ ਇਜਾਜ਼ਤ ਨਹੀਂ ਸੀ ਦਿੱਤੀ ਉਸ ਵੇਲੇ, ਕਿਉਂਕਿ ਹਰਜੀਤ ਸਿੰਘ ਸੱਜਣ ਜਿਹੜੇ ਡਿਫੈਂਸ ਮਿਨਿਸਟਰ ਸੀ ਜੀ, ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਭੁਲੇਖਾ ਪੈ ਗਿਆ, ਜਾਂ ਉਹਦੀ ਗੱਲ ਸਹੀ ਸੀ ਕਿ ਇਹਦੇ ਵਿੱਚ ਹਰਜੀਤ ਸਿੰਘ ਸੱਜਣ ਦੀ ਕੋਈ ਭੂਮਿਕਾ ਹੈ। ਸੋ ਉਹਨੇ ਓਪਨਲੀ ਕਹਿ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਕਿ ਮੈਂ ਹਰਜੀਤ ਸਿੰਘ ਸੱਜਣ ਦਾ ਇੱਥੇ ਸਵਾਗਤ ਨਹੀਂ ਕਰੂੰਗਾ ਜੀ। ਤੇ ਫਿਰ ਜਸਟਿਨ ਟਰੂਡੋ ਸਾਹਿਬ ਉਹ ਤੋਂ ਬਾਅਦ ਆਉਂਦੇ ਤੇ ਜਸਟਿਨ ਟਰੂਡੋ ਨੇ ਵੀ ਕਹਿਤਾ ਸੀ ਕਿ ਮੈਂ ਹਰ ਇੱਕ ਨੂੰ ਮਿਲੂੰਗਾ, ਲੇਕਿਨ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀਂ ਮਿਲੂੰਗਾ, ਕਿਉਂਕਿ ਮੇਰੇ ਡਿਫੈਂਸ ਮਿਨਿਸਟਰ ਦੇ ਪ੍ਰਤੀ ਉਹਦੀ ਭਾਵਨਾ ਜਿਹੜੀ ਹੈ ਉਹ ਚੰਗੀ ਨਹੀਂ। ਦਾਨੇ ਵਾਲੀਆ ਜੀ, ਫਿਰ ਤੁਸੀਂ ਦੇਖੋ ਵੀ ਉਸੇ ਵੇਲੇ ਜੀ ਜਿਹੜੇ ਮਿਸਟਰ ਅਜੀਤ ਡੋਵਾਲ ਹੈ, ਉਹਨਾਂ ਦੀ ਇੱਕ ਖਬਰ ਲੱਗਦੀ ਹੈ ਛੋਟੀ ਜੀ HT ਅਖਬਾਰ ਦੇ ਵਿੱਚ ਕਿ ਅਜੀਤ ਡੋਵਾਲ ਸਾਹਿਬ ਚੰਡੀਗੜ੍ਹ ਆਉਂਦੇ ਹੈ। ਪੰਜਾਬ ਦੇ ਉਸ ਵੇਲੇ ਦੇ DGP ਜਿਹੜੇ ਹੁੰਦੇ ਸੀ ਮਿਸਟਰ ਅਰੋੜਾ ਜੀ, ਸੁਰੇਸ਼ ਅਰੋੜਾ ਨੂੰ ਨਾਲ ਲੈ ਕੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਦੇ ਆ, ਲੰਗਰ ਪਾਣੀ ਦੀ ਸਾਂਝ ਪੈਂਦੀ ਹੈ, ਗੱਲਾਂ ਬਾਤਾਂ ਹੁੰਦੀਆਂ। ਭਾਰਤ ਸਰਕਾਰ ਨੇ ਫਿਰ ਕੰਡੀਸ਼ਨ ਲਾਈ ਵੀ ਤੁਹਾਨੂੰ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕਰਨੀ ਪੈਣੀ ਹੈ। ਔਰ ਉਹਦੇ ਵਾਸਤੇ ਟਰੂਡੋ ਸਾਹਿਬ ਨੂੰ ਉਹਨਾਂ ਨੇ ਕਿਹਾ ਸੀ ਕਿ ਦੋ ਮੁੱਦੇ ਜੀ ਤੇ ਗੱਲ ਕਰਨੀ ਹੈ, ਇੱਕ ਤਾਂ ਟੈਰਰਿਜ਼ਮ ਨਾਲ ਸੰਬੰਧਿਤ ਹੈ ਤੇ ਦੂਜਾ ਡਰੱਗਸ ਦੇ ਨਾਲ। ਇਹ ਫਿਰ ਮੀਟਿੰਗ ਤੁਹਾਡੇ ਯਾਦ ਹੋਣਾ ਹੈ ਤਾਜ ਹੋਟਲ ਅੰਮ੍ਰਿਤਸਰ ਦੇ ਵਿੱਚ ਹੋਈ ਸੀ ਜੀ। ਚਲੋ ਉਹ ਗੱਲ ਹੋਈ ਨਿਬੜੀ, ਲੇਕਿਨ ਕਈ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਦੋਨਾਂ ਦੇਸ਼ਾਂ ਨੂੰ ਜਿਹੜੀਆਂ ਇੱਕ ਦੂਜੇ ਤੋਂ ਦੂਰ ਲਿਜਾ ਰਹੀਆਂ। ਕੱਲ ਪਾਰਲੀਮੈਂਟ ਦੇ ਵਿੱਚ ਬੋਲੇ, ਪੁਰਾਣੀ ਪਾਰਲੀਮੈਂਟ ਦੀ ਅਲਵਿਦਾ ਕਹੀ ਹੈ, ਪੁਰਾਣੀ ਪਾਰਲੀਮੈਂਟ ਅੱਜ ਨਵੀਂ ਚ ਪਹੁੰਚ ਗਏ। ਪ੍ਰਧਾਨ ਮੰਤਰੀ ਸਾਹਿਬ ਸਾਡੇ ਬੋਲੇ ਤੇ ਕੱਲ ਉਹਨਾਂ ਨੇ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਸੀ ਉਹਨਾਂ ਦੀ ਬੜੀ ਤਾਰੀਫ ਕੀਤੀ ਹੈ, ਖਾਸ ਕਰਕੇ ਪੰਡਿਤ ਨਹਿਰੂ ਜੀ, ਇੰਦਰਾ ਗਾਂਧੀ, ਲਾਲ ਬਹਾਦਰ ਸ਼ਾਸਤਰੀ ਔਰ ਨਰਿੰਦਰ ਆਪਣੇ ਅਟਲ ਬਿਹਾਰੀ ਵਾਜਪਾਈ, ਮਨਮੋਹਨ ਸਿੰਘ ਹੋਰਾਂ ਨੂੰ ਛੱਡ ਗਏ ਸੀ। ਉਹਨਾਂ ਨਾਲ ਪਤਾ ਨਹੀਂ ਕੀ ਖਾ ਰਹੇਗੀ, ਉਹਨਾਂ ਨੂੰ ਛੱਡ ਗਏ ਸੀ। ਔਰ ਮੈਂ ਹੈਰਾਨ ਸੀ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੀ ਇੰਨੀ ਤਾਰੀਫ ਕਿਉਂ ਕੀਤੀ, ਉਹਦਾ ਨਾਂ ਲੈਣਾ ਵੀ ਮੁਨਾਸਿਬ ਨਹੀਂ ਸਮਝਦੇ ਸੀ। ਉਹ ਫਿਰ ਅੱਜ ਕੱਲ੍ਹ ਕਰਨਾ ਪੈਣਾ ਉਹ ਭਾਰਤ ਵੀ ਸੀ ਉਹਦੇ 'ਚ। ਗੱਲ ਇਹ ਕਿਉਂਕਿ ਪੰਡਿਤ ਨਹਿਰੂ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਸੀ, ਤੇ ਇਹ ਗੱਲ ਹੁਣ ਭਾਵੇਂ ਨਰਿੰਦਰ ਮੋਦੀ ਜਾਂ ਭਾਜਪਾ ਤੇ ਜਾਂ RSS ਵਾਲੇ ਉਹਨਾਂ ਨੂੰ ਕੁਝ ਕਹਿਣ ਨਾ ਕਹਿਣ, ਲੋਕ ਇਹ ਮੰਨਦੇ ਆ ਕਿ ਉਹ ਦੇਸ਼ ਦੇ ਬਹੁਤ ਵਧੀਆ ਪ੍ਰਧਾਨ ਮੰਤਰੀ ਸੀ, ਤੇ ਜਿੱਥੇ ਅੱਜ ਦੇਸ਼ ਪਹੁੰਚਿਆ ਹੋਇਆ ਇਹਦੇ ਵਿੱਚ ਉਹਨਾਂ ਦੀ ਵੱਡੀ ਭੂਮਿਕਾ। ਖਾਸ ਕਰਕੇ ਜਦੋਂ ਆਪਾਂ ਇਸਰੋ ਦੀ ਗੱਲ ਕਰਦੇ ਹਾਂ, ਕਹਿੰਦੇ ਜੀ ਚੰਦਰਮਾ ਤੇ ਪਹੁੰਚ ਗਿਆ, ਚੰਦਰਮਾ ਤੇ ਪਹੁੰਚਾਉਣ ਵਾਲਾ ਜਿਹੜਾ ਡਿਪਾਰਟਮੈਂਟ ਆ ਤਾਂ ਇਸਰੋ ਹੈ। ਉਹ ਬਣਾਇਆ ਕਿਹਨੇ ਸੀ? ਉਹ ਤਾਂ ਪੰਡਿਤ ਨਹਿਰੂ ਨੇ ਬਣਾਇਆ। ਨਾਲੇ ਕੋਈ 5-7 ਦਿਨਾਂ ਹੀ ਤਾਂ ਉਹਨਾਂ ਨੇ ਸਾਲਾਂ ਹੀ ਪਹੁੰਚਾ ਨਹੀਂ ਦਿੱਤਾ। ਹਾਂ ਬੜਾ ਖੁਸ਼ ਹੁੰਦਾ ਹੈ। ਤਾਂ ਮੈਂ ਜਦੋਂ ਪੰਡਿਤ ਨਹਿਰੂ ਨੂੰ ਯਾਦ ਕਰ ਰਹੇ ਸੀ ਤੇ ਮੇਰੇ ਯਾਦ ਆ ਰਿਹਾ ਸੀ ਉਸ ਵੇਲੇ ਵੀ ਕਾਸ਼ ਪੰਡਿਤ ਨਹਿਰੂ ਦੀ ਉਹ ਪਾਲਿਸੀ ਜਿਹੜੀ ਉਹਨਾਂ ਨੇ 20 ਸਾਲ ਦੇਸ਼ ਦੇ ਆਜ਼ਾਦ ਹੋਣ ਤੋਂ ਪਹਿਲਾਂ ਹੀ ਪਾਲਿਸੀ ਤਿਆਰ ਕਰਤੀ ਸੀ, ਫੋਰਨ ਪਾਲਿਸੀ, ਉਹਦੇ ਬਾਰੇ ਕਿਉਂ ਨਹੀਂ ਸੋਚਿਆ? ਤੁਸੀਂ ਦੂਰ ਅੰਦੇਸ਼ੀ ਦੇਖੋ। ਉਸ ਵੇਲੇ 1927 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਇੱਕ ਆਰਟੀਕਲ ਲਿਖਿਆ ਸੀ ਕਿ ਜੇ ਭਾਰਤ ਜਦੋਂ ਆਜ਼ਾਦ ਹੁੰਦਾ ਤਾਂ ਸਾਡੀ ਵਿਦੇਸ਼ ਨੀਤੀ ਕੀ ਹੋਊਗੀ। ਉਸ ਵਿਦੇਸ਼ ਨੀਤੀ ਦੇ ਮੁਤਾਬਕ ਜੇ ਆਪਾਂ ਦੇਖੀਏ ਤਾਂ ਭਾਰਤ ਇੱਕ ਸੁਪਰ ਪਾਵਰ ਤਾਂ ਨਹੀਂ ਬਣਿਆ, ਲੇਕਿਨ ਭਾਰਤ ਦੇ ਕੋਲੇ ਬੈਲੈਂਸ ਆ ਗਿਆ। ਬੈਲੈਂਸ ਬੜਾ ਤਕੜਾ ਹੈ। ਜਦੋਂ ਨਾਨ ਅਲਾਈਨਡ ਮੂਵਮੈਂਟ ਦਾ ਲੀਡਰ ਬਣ ਕੇ ਭਾਰਤ ਦੀ ਨਾ ਉਧਰ ਪੈਰ ਧਰਾਵ ਚੰਗਾ ਹੋ ਗਿਆ। ਭਾਰਤ ਦੀ ਸਥਿਤੀ ਇਹ ਬਣ ਗਈ ਸੀ ਕਿ ਦੁਨੀਆ ਦੇ ਵਿੱਚ ਅਮਨ ਸਥਾਪਿਤ ਕਰਨ ਵਾਸਤੇ ਉਹਦਾ ਇੱਕ ਵੱਡਾ ਰੋਲ ਸੀ। 3 ਬੰਦੇ ਸੀ, ਨਾਸਰ, ਟੀਟੋ ਤੇ ਨਹਿਰੂ। ਨਾਸਰ ਜਿਹੜਾ ਮਿਸਰ ਦਾ ਹੁੰਦਾ ਸੀ, ਟੀਟੋ ਯੂਗੋਸਲਾਵੀਆ ਦਾ ਸੀ, ਤੇ ਪੰਡਿਤ ਨਹਿਰੂ ਸੀ ਇੱਥੋਂ ਦਾ। ਮੇਰੇ ਖਿਆਲ ਮੁਤਾਬਕ ਤਿੰਨੇ ਐਵੇਂ ਸੀ।
ਉਹਨਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਹੁਣ ਜੇ ਉਹ ਪਾਲਿਸੀ ਚੱਲਦੀ ਹੁੰਦੀ ਤਾਂ ਮੇਰਾ ਖਿਆਲ ਹੈ ਕਦੇ ਇਹ ਹਾਲਾਤ ਨਹੀਂ ਸੀ ਬਣਦੇ। ਹਾਲਾਂਕਿ ਆਪਾਂ ਨੂੰ ਇਹ ਪਤਾ ਕਿ ਕੈਨੇਡਾ ਦੇ ਜਿਸ ਕਿਸਮ ਦੇ ਹਾਲਾਤ ਹੈ, ਕੈਨੇਡਾ ਵੀ ਕਈ ਇੱਕ ਮਾਮਲਿਆਂ ਦੇ ਵਿੱਚ ਭਾਰਤ ਦੀਆਂ ਜਿਹੜੀਆਂ ਲੋੜਾਂ ਉਹਦੀਆਂ ਪੂਰਤੀ ਨਹੀਂ ਕਰਦਾ। ਮਿਸਾਲ ਦੇ ਤੌਰ 'ਤੇ ਆਪਾਂ ਦੇਖੀਏ ਜਿਹੜੀ ਹੁਣ ਲੇਟੈਸਟ ਹੈ, ਇੱਕ ਤਾਂ ਤੁਹਾਡੇ ਉਹੀ ਯਾਦ ਹੋਣੀ ਹੈ ਵੀ ਜਦੋਂ ਡਰੱਗਸ ਵਾਲਾ ਮਾਮਲਾ ਪਹਿਲਾਂ ਚੱਲਿਆ, 3 ਬੰਦੇ ਪਿੰਦੀ ਤੇ ਪਿੱਦੀ ਤੇ ਨਿੰਦੀ ਪਿੱਦੀ, ਉਹ ਜਿਹੜੇ ਸੀਗੇ ਵੀ ਉਹਨਾਂ ਬੰਦਿਆਂ ਨੂੰ ਵਾਰ-ਵਾਰ ਭਾਰਤ ਸਰਕਾਰ ਕਹਿੰਦੀ ਵਾਪਸ ਭੇਜੋ, ਨਹੀਂ ਭੇਜੇ ਜਾ ਰਹੇ। ਉਹ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੋਈ ਸਿੱਖ ਹੈ ਜਾਂ ਨਾ ਆਪਾਂ ਨੂੰ ਇਹ ਕਹਿ ਸਕਦੇ ਵੀ ਖਾਲਿਸਤਾਨ ਦੀ ਵਿਚਾਰਧਾਰਾ ਦੇ ਸਮਰਥਕ ਹੈ ਜਾਂ ਵੀ ਉਹਨਾਂ ਦੀ ਜਾਨ ਨੂੰ ਕੋਈ ਖਤਰਾ। ਉਹ ਤਾਂ ਇੱਕ ਮੁਲਜ਼ਮ ਹੈ, ਮੁਲਜ਼ਮਾਂ ਦੀ ਜਿਹੜੀ ਡਿਮਾਂਡ ਕੀਤੀ ਸੀ। ਅਗਲੀ ਗੱਲ ਜਿਹੜੀ ਇੱਕ ਹੋਰ ਸੀ ਜਿਹੜੀ ਵੱਡੀ ਦਾਨੇਵਾਲੀਆ ਸਾਹਿਬ, ਉਹ ਹੈ ਸਿੱਧੂ ਮੂਸੇਵਾਲੇ ਦੇ ਮਰਡਰ ਦਾ ਮਾਮਲਾ। ਹੁਣ ਸਿੱਧੂ ਮੂਸੇਵਾਲੇ ਦੇ ਮਰਡਰ ਦੇ ਵਿੱਚ ਇਹ ਪਤਾ ਕਿ ਕੁਝ ਲੋਕ ਉੱਥੇ ਬੈਠੇ ਜਿਹੜੇ ਕਹਿੰਦੇ ਹਾਂ ਸਿੱਧੂ ਮੂਸੇਵਾਲੇ ਨੂੰ ਅਸੀਂ ਕਤਲ ਕਰਵਾਇਆ। ਭਾਰਤ ਸਰਕਾਰ, ਪੰਜਾਬ ਸਰਕਾਰ ਵਾਰ-ਵਾਰ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਨੂੰ ਭੇਜੋ, ਉਹਨਾਂ ਨੂੰ ਨਹੀਂ ਭੇਜਿਆ ਜਾ ਰਿਹਾ, ਵੱਖਰੀ। ਪਰ ਇਹ ਗੱਲ ਜਿਹੜੀ ਹੈ ਕਿ ਜਿਹੜੀ ਕੈਨੇਡਾ ਦੀ ਸਥਿਤੀ ਹੈ ਕਿ ਕੈਨੇਡਾ ਦੇ ਵਿੱਚ ਮਿਸਟਰ ਨਿੱਜਰ ਦਾ ਕਤਲ ਹੁੰਦਾ ਹੈ। ਆਪਾਂ ਤਾਂ ਪਹਿਲੇ ਦਿਨ ਤੋਂ ਹੀ ਗੱਲ ਕਹਿਤੀ ਸੀ ਜਦੋਂ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋਇਆ ਸੀ ਪਾਕਿਸਤਾਨ ਦੇ ਵਿੱਚ, ਤੇ ਫਿਰ ਔਰ ਉਹ ਤੋਂ ਬਾਅਦ ਨਿੱਜਰ ਹੋਰਾਂ ਦਾ। ਵੈਸੇ ਅਵਤਾਰ ਸਿੰਘ ਖੰਡਾ ਦੀ ਗੱਲ ਵੀ ਹੈ, ਪਰ ਖੰਡਾ ਬਾਰੇ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਹੋਈ। ਇਹ 2 ਕਤਲ ਤਾਂ ਸਾਬਤ ਹੈ, ਸਪਸ਼ਟ ਹੈ, ਸਾਫ਼ ਹੁੰਦੀ ਹੈ। ਇਹਦੇ ਬਾਰੇ ਵਿੱਚ ਜਿਹੜੀਆਂ ਏਜੰਸੀਆਂ ਤੋਂ ਰਿਪੋਰਟਾਂ ਆ ਰਹੀਆਂ, ਜਿਹੜੀਆਂ ਘੁੰਮ ਫਿਰ ਕੇ ਆ ਰਹੀਆਂ, ਉਹਦੇ ਮੁਤਾਬਕ ਕੁਛ ਉਹ ਚੀਜ਼ਾਂ ਵੀ ਹੈ ਜਿੱਥੇ ਜਿਹੜੀਆਂ ਇੰਡੀਅਨ ਸਟੇਟ ਨੇ ਜਾਂ ਇੰਡੀਅਨ ਏਜੰਸੀਆਂ ਨੇ ਉਹਨਾਂ ਦੇ ਆਪਸੀ ਮਤਭੇਦਾਂ ਨੂੰ ਵੀ ਇਸਤੇਮਾਲ ਕੀਤਾ ਹੋ ਸਕਦਾ ਹੈ। ਅਸੀਂ ਇਹ ਨਹੀਂ ਕਹਿੰਦੇ ਕੀਤਾ ਹੋ ਸਕਦਾ। ਜਿਵੇਂ ਤੁਸੀਂ ਦੇਖੋ ਕਿ ਰੁਪਦਮਨ ਸਿੰਘ ਮਲਕ ਸੀ ਜੀ, ਕਨਿਸ਼ਕਾ ਵਾਲੇ ਮਾਮਲੇ ਦੇ ਵਿੱਚ ਜਿਹਦੀ ਲੋੜ ਸੀ, ਜਿਹਨਾਂ ਨੂੰ ਕੋਈ ਸਜ਼ਾ ਵੀ ਹੋ ਗਈ ਸੀ, ਬਾਅਦ ਦੇ ਵਿੱਚ ਸ਼ਾਇਦ ਉਹ ਬਰੀ ਵੀ ਹੋ ਗਈ ਸੀ। ਉਹਦੇ ਸੰਬੰਧ ਵਿੱਚ ਆਪਾਂ ਦੇਖੀਏ ਤੇ ਕਤਲ ਉਹਦਾ ਵੀ ਹੋਇਆ ਸੀ। ਮਲਕ ਸਾਹਿਬ ਬਾਰੇ ਇਹ ਕਿਹਾ ਜਾਂਦਾ ਸੀ ਕੁਝ ਲੋਕਾਂ ਵੱਲੋਂ ਕਿ ਉਹ ਇੰਡੀਅਨ ਏਜੰਸੀਆਂ ਵਾਸਤੇ ਕੰਮ ਕਰਦੇ ਹੈ। ਔਰ ਇਹ ਵੀ ਕਿਹਾ ਗਿਆ ਸੀ ਕਿ ਕਨਿਸ਼ਕਾ ਵਾਲੀ ਜਿਹੜੀ ਘਟਨਾ ਵਾਪਰੀ ਹੈ, ਉਹ ਘਟਨਾ ਇਕੱਲੀ ਇਹ ਨਹੀਂ ਕਿ ਖਾਲਿਸਤਾਨੀਆਂ ਨੇ ਵਰਤਾਈ ਹੈ, ਉਹਦੇ ਵਿੱਚ ਸਾਡੀਆਂ ਏਜੰਸੀਆਂ ਦਾ ਵੀ ਰੋਲ ਸੀ ਤਾਂ ਕਿ ਉਸ ਮੂਵਮੈਂਟ ਨੂੰ ਬਦਨਾਮ ਕੀਤਾ ਜਾਵੇ। ਇਹ ਗੱਲਾਂ ਚੱਲਦੀਆਂ ਰਹੀਆਂ। ਮਰ ਵੀ ਸਿੱਖੀ ਗਏ ਸੀ, ਹਾਂ, ਮਰੇ ਵੀ ਸਿੱਖ ਵੀ ਸੀ, ਜੋ ਵੀ ਮਰੇ ਤਾਂ ਮਤਲਬ ਇੰਡੀਅਨ ਹੀ ਸੀ। ਮਤਲਬ ਇਸ ਕਿਸਮ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਰਹੀਆਂ, ਇਹਦੇ ਬਾਰੇ ਚਰਚਾ ਹੁੰਦੀ ਰਹੀ ਹੈ। ਅਸੀਂ ਪੁਸ਼ਟੀ ਨਹੀਂ ਕਰ ਸਕਦੇ ਕਿ ਸਹੀ ਸੀ ਕਿ ਗਲਤ ਸੀ। ਜਦੋਂ ਮਾਰੇ ਗਏ ਮਲਕ ਸਾਹਿਬ ਤੇ ਮਲਕ ਸਾਹਿਬ ਤੋਂ ਬਾਅਦ ਫਿਰ ਨਿੱਜਰ ਸਾਹਿਬ ਦਾ ਕਤਲ ਹੁੰਦਾ ਤੇ ਉਦੋਂ ਇਹ ਗੱਲ ਵੀ ਆ ਗਈ ਸੀ ਕਿ ਇਹ ਇਹਨਾਂ ਦੀ ਖਾਲਿਸਤਾਨੀਆਂ ਦੀ ਆਪਸੀ ਲੜਾਈ ਹੈ। ਹਰਦੀਪ ਸਿੰਘ ਨਿੱਜਰ ਹੋਣੀ ਆਪਾਂ ਨੂੰ ਪਤਾ ਕਿ ਉਹ ਕਡਿਆਲੋਜੀ ਨਾਲ ਖੜੇ ਹੈ, ਜੱਜ ਕੇ ਖੜੇ ਹੈ। ਇੰਡੀਆ ਦੇ ਵਿੱਚ ਮੇਰੇ ਨਹੀਂ ਖਿਆਲ ਦੇ ਮੁਤਾਬਕ ਉਹ 92 ਦੇ ਗਏ ਵੀ ਇੰਡੀਆ ਦੇ ਵਿੱਚ ਉਹਨਾਂ ਨੇ ਕੋਈ ਵਾਰਦਾਤ ਕੀਤੀ ਹੋਵੇ। ਆਈਡੀਆਲੋਜੀ ਜ਼ਰੂਰ ਹੋ ਸਕਦੀ ਹੈ। ਹਾਂ, ਇੰਨੀ ਗੱਲ ਜ਼ਰੂਰ ਆਈ ਹੈ ਇੰਡੀਆ ਦੇ ਵਿੱਚ ਉਹਨਾਂ ਬਾਰੇ ਕਿ ਜਲੰਧਰ ਦੇ ਵਿੱਚ ਇੱਕ ਪੁਜਾਰੀ ਦਾ ਕਤਲ ਜਿਹੜਾ ਹੋਇਆ ਸੀ ਉਹ ਟਾਰਗੇਟਡ ਕਤਲ ਸੀ। ਉਹਦੇ ਵਿੱਚ ਕਹਿੰਦੇ ਵੀ ਇਹਨਾਂ ਦਾ ਯੋਗਦਾਨ ਸੀ ਵਗੈਰਾ ਵਗੈਰਾ। ਉਹਨਾਂ ਦਾ ਪਰਿਵਾਰ ਵੀ ਉੱਧਰ ਚਲਾ ਗਿਆ ਸੀ, ਉਹ ਤਾਂ ਉੱਥੋਂ ਦੇ ਨਾਗਰਿਕ ਬਣ ਗਏ ਸੀ। ਹੁਣ ਉਸ ਮਰਡਰ ਤੋਂ ਬਾਅਦ ਜਦੋਂ ਇੱਥੇ ਆਈ ਜਿਹੜੀ ਮੈਂ ਹੁਣ ਆਵਾਂ ਡਿਪਲੋਮੈਸੀ ਵਾਲੀ ਗੱਲ, ਤੇ ਡਿਪਲੋਮੈਸੀ ਦੇ ਵਿੱਚ ਗੜਬੜ ਹੋਈ। ਸਬੰਧ ਤਾਂ ਸਾਡੇ ਥੋੜ੍ਹੇ ਜਿਹੇ ਕੌੜੇ ਕਸੜੇ ਪਹਿਲਾਂ ਹੀ ਸੀ, ਲੇਕਿਨ ਦਾਨੇਵਾਲੀਆ ਸਾਹਿਬ ਜਿਹੜੀ ਸਭ ਤੋਂ ਵੱਡੀ ਸਾਥੋਂ ਬਲੰਡਰ ਹੋਈ ਹੈ ਉਹ ਇਹ ਬਲੰਡਰ ਹੋਈ ਹੈ ਕਿ ਜਦੋਂ ਟਰੂਡੋ ਸਾਹਿਬ ਇੱਥੇ ਆ ਗਏ ਤੇ ਉਹਨਾਂ ਦੇ ਜਹਾਜ਼ ਦੇ ਵਿੱਚ ਤਕਨੀਕੀ ਨੁਕਸ ਪੈ ਗਏ ਜੀ। 1.5 ਦਿਨ ਉਹ ਇੱਕ ਹੋਟਲ ਦੇ ਕਮਰੇ 'ਚ ਬੰਦ ਰਹੇ। ਭਾਰਤ ਦਾ ਕੋਈ ਵੱਡਾ ਲੀਡਰ ਗਿਆ ਉਹਨਾਂ ਦੇ ਕੋਲ ਨਾ, ਸਰਕਾਰ ਦਾ ਕੋਈ ਬੰਦਾ ਗਿਆ ਨਾ, ਕੋਈ ਡਿਪਲੋਮੈਟ ਗਿਆ ਕਿਸੇ ਨੇ ਜਾ ਕੇ? ਵੈਸੇ ਤਾਂ ਗੱਲ ਹੈ ਵੀ ਪ੍ਰਾਈਮ ਮਿਨਿਸਟਰ ਨੂੰ ਆਪ ਹੀ ਚਾਹੀਦਾ ਸੀ ਆਜੋ, ਨਹੀਂ ਤਾਂ ਉਹਨਾਂ ਨੂੰ ਕਹਿੰਦੇ ਤੁਸੀਂ ਮੇਰੇ ਕੋਲੇ ਆਓ ਜੀ, ਆਓ ਆਪਾਂ ਬੈਠ ਕੇ ਲੰਗਰ ਪਾਣੀ ਛਕਦੇ ਹਾਂ, ਬੈਠ ਕੇ ਗੱਲਾਂ ਬਾਤਾਂ ਕਰਦੇ, ਜਿਹੜੇ ਉਹ ਥੋੜ੍ਹੇ ਬਹੁਤੇ ਜਿਹੜੀ ਗਿਲੇ ਸ਼ਿਕਵੇ ਹੁੰਦੇ ਆ ਦੂਰ ਹੋ ਜਾਂਦੀ ਹੈ, ਗਲਤਫਹਿਮੀ ਵੀ ਦੂਰ ਹੋ ਜਾਂਦੀ ਹੈ। ਹੁਣ 1.5 ਦਿਨ ਤੁਹਾਡਾ ਇੱਕ ਪ੍ਰਾਈਮ ਮਿਨਿਸਟਰ, ਇੱਕ ਵੱਡੀ ਤਾਕਤ ਦਾ ਪ੍ਰਾਈਮ ਮਿਨਿਸਟਰ ਤੇ ਬੈਠਾ ਰਹੇ, ਤੁਸੀਂ ਉਹਨੂੰ ਬੁਲਾਓ ਨਾ, ਜਹਾਜ਼ ਠੀਕ ਹੁੰਦਾ ਤੇ ਉਹ ਫੇਰ ਜਾਂਦਾ ਹੈ, ਤਾਂ ਨੈਚੁਰਲੀ ਫਿਰ ਉਹਦਾ ਜੋ ਰਿਜ਼ਲਟ ਨਿਕਲਣਾ ਸੀ ਨਿਕਲਿਆ। ਫਿਰ ਉਹਨਾਂ ਨੇ ਜਾ ਕੇ ਉਹ ਬਰਕਾ ਪੜਤਾ ਕਿ ਜੀ ਇਹ ਤਾਂ ਸਾਰਾ ਕੁਛ ਆ ਹੋ ਰਿਹਾ। ਹੁਣ ਉੱਥੋਂ ਪੀ ਕੇ ਰਾਏ ਹੋਰਾਂ ਨੂੰ ਉਹਨਾਂ ਨੇ ਕਰਤਾ ਵਾਪਸ ਚੱਲ ਵੀ ਪਿੰਡ। ਮੇਰੇ ਖਿਆਲ ਮੁਤਾਬਕ ਜੇ ਮੈਂ ਗਲਤ ਨਹੀਂ ਤਾਂ ਪੀ ਕੇ ਰਾਏ ਜਿਹੜੇ ਹੈਗੇ ਪੰਜਾਬ ਕਾਡਰ ਦੇ IPS ਅਫਸਰ ਹੈ। ਅੱਛਾ ਜੀ। ਔਰ ਮੇਰਾ ਸੰਬੰਧ ਵੀ ਉਹਨਾਂ ਨਾਲ ਰਿਹਾ ਥੋੜ੍ਹਾ ਜਿਹਾ, ਕਿਉਂਕਿ ਬਠਿੰਡੇ ਦੇ ਵਿੱਚ ਉਹ ASP ਹੁੰਦੇ ਸੀ ਜੀ। ਜੇ ਉਹੀ ਹੈ ਤਾਂ ਪੀ ਕੇ ਰਾਏ ਉਹੀ ਹੈ ਮੇਰੇ ਖਿਆਲ ਮੁਤਾਬਕ। ਲੁਧਿਆਣੇ ਵੀ ਲੱਗੇ ਰਹੇ। ਔਰ ਇੱਕ ਜਿਹੜਾ ਬੜਾ ਬਦਨਾਮ ਵਿਜੀਲੈਂਸ ਦਾ SSP ਹੁੰਦਾ ਸੀ ਸ਼ਿਵ ਕੁਮਾਰ ਜੀ, ਸ਼ਿਵ ਕੁਮਾਰ ਦੇ ਮੁੰਡੇ ਤੇ ਵੀ FIR ਇਹਨਾਂ ਨੇ ਦਿੱਤੀ ਸੀ। ਇਹ ਸ਼ਾਇਦ ਉਹੀ ਕਿਉਂਕਿ ਪਵਨ ਕੁਮਾਰ ਰਾਏ ਸੇਮ, ਬਸ ਫਿਰ ਉਹੀ ਹੈ ਜੇ ਮੇਰੇ ਖਿਆਲ ਮੁਤਾਬਕ ਉਹੀ ਹੈ ਪਵਨ ਕੁਮਾਰ ਰਾਏ। ਉਹਨਾਂ ਨੂੰ ਵਾਪਸ ਕਰਤਾ। ਹੁਣ ਇਹਦੇ ਤੇ ਹੈ ਕਿ ਨਾਲ ਦੀ ਨਾਲ ਹੀ ਸਾਡੇ ਵਾਲਿਆਂ ਨੇ ਕਹਿਤਾ ਜੀ ਅਸੀਂ ਵੀ ਇੱਕ ਡਿਪਲੋਮੈਟ ਨੂੰ ਇਹ ਲਿਖਦਾ ਜੀ ਪਰਪੋਰਟਲੀ ਕੈਨੇਡੀਅਨ ਸਟੇਸ਼ਨ ਚੀਫ ਆਫ ਇੰਡੀਅਨ ਇੰਟੈਲੀਜੈਂਸ ਏਜੰਸੀ ਰॉ। ਉਹ ਤਾਂ ਬਸ ਹੁੰਦਾ ਹੀ ਹੈ ਨਾ, ਆਮ ਤੌਰ 'ਤੇ ਆਪਾਂ ਨੂੰ ਪਤਾ ਮਿਲਟਰੀ ਟੱਚੀ ਵੀ ਕਹਿੰਦੇ, ਕੁਛ ਇਸ ਕਿਸਮ ਦੀਆਂ ਗੱਲਾਂ ਬਾਤਾਂ ਹੁੰਦੇ ਤਾਂ ਉਹੀ ਹੈ ਸਾਰਾ ਕੁਛ। ਮਤਲਬ ਜੇ ਉੱਥੋਂ ਤੱਕ ਬੰਦਾ ਪਹੁੰਚਦਾ ਤਾਂ ਇਹਦਾ ਮਤਲਬ ਕਾਬਲ IPS ਅਫਸਰ ਹੈ। ਭਾਰਤ ਦੇ ਨੁਕਤਾ ਨਿਗਾਹ ਤੋਂ ਆਪਾਂ ਦੇਖੀਏ ਤਾਂ ਇਹਨਾਂ ਵਾਸਤੇ ਕੰਮ ਕਰਦਾ ਔਰ ਨਾਂ ਆ ਰਿਹਾ ਸੀ ਲਗਾਤਾਰ। ਉੱਥੇ ਦੇ ਜਿਹੜੇ ਹੈਗੇ ਸਾਡੇ ਰਾਜਦੂਤ, ਉਹਦਾ ਨਾਂ ਵੀ ਆ ਰਿਹਾ ਸੀ, ਇਹ ਨਾਂ ਆ ਰਿਹਾ ਸੀ ਕਿ ਇਹਨਾਂ ਨੇ ਸਾਰੀ ਕੁਛ ਕੀਤਾ ਕਰਾਇਆ, ਪਤਾ ਨਹੀਂ ਇਹਦੇ ਵਿੱਚ ਹਕੀਕਤ ਕੀ ਹੈ। ਸੋ ਹੁਣ ਇੱਧਰ ਸਾਡੇ ਵਾਲਿਆਂ ਨੇ ਵੀ ਕਰਤਾ। ਇਹਦੇ ਨਾਲ ਦਾਨੇਵਾਲੀਆ ਸਾਹਿਬ ਗੱਲ ਇਹ ਕਿ ਗੱਲ ਨਿਪਟਣ ਦੀ ਬਜਾਏ ਵੱਧ ਰਹੀ ਹੈ ਜੀ।
ਦੂਜੇ ਪਾਸੇ ਕਈ ਚੀਜ਼ਾਂ ਇਹੋ ਜਿਹੀਆਂ ਹੁਣ ਆਸਟ੍ਰੇਲੀਆ ਤੋਂ ਖਬਰਾਂ ਆ ਰਹੀਆਂ, ਟਾਈਮਜ਼ ਆਫ ਇੰਡੀਆ ਦੇ ਵਿੱਚ ਖਬਰ ਲੱਗੀ ਹੋਈ ਹੈ। ਆਸਟ੍ਰੇਲੀਆ ਦੇ ਵਿੱਚ ਇੱਕ ਕਹਿੰਦੇ ਸੀ ਮੰਦਿਰ ਦੇ ਉੱਤੇ ਖਾਲਿਸਤਾਨ ਦੇ ਨਾਅਰੇ ਲਿਖੇ ਜੀ, ਉਹ ਹੁਣ ਇਹ ਪਤਾ ਲੱਗਿਆ ਵੀ ਉਹ ਨਾਅਰੇ ਕਿਸੇ ਹੋਰ ਨੇ ਨਹੀਂ ਲਿਖਿਆ, ਆਪ ਹੀ ਲਿਖ ਲਏ, ਜਿਵੇਂ ਆਪਣੇ ਬਠਿੰਡੇ ਵਾਲੇ ਕਰੀ ਜਾਂਦੇ ਸੀ। ਹਾਂ ਜਿਵੇਂ ਬਠਿੰਡੇ ਵਾਲੇ ਕਰੀ ਜਾਂਦੇ। ਜੇ ਹੁਣ ਇਹ ਕੁਝ ਹੋ ਰਿਹਾ ਹੈ ਤਾਂ ਇਹਦੇ ਵਿੱਚ ਫਿਰ ਕਿਸੇ ਹੱਦ ਤੱਕ ਤਾਂ ਉਹਨਾਂ ਨੂੰ ਲੱਗਦਾ ਹੁਣ ਆਸਟ੍ਰੇਲੀਆ ਹੋ ਗਿਆ, ਇੰਗਲੈਂਡ ਹੋ ਗਿਆ, ਅਮਰੀਕਾ ਹੋ ਗਿਆ, ਕੈਨੇਡਾ ਹੋ ਗਿਆ, ਉਹਨਾਂ ਚਾਰਾਂ ਦੀ ਜਿਹੜੀ ਹੈਗੀ ਚਾਰ ਵੱਡੀਆਂ ਤਾਕਤਾਂ ਦੀ ਸੁਰ ਇੱਕ ਹੈ ਤੇ ਸਾਡੀ ਇਕੱਲਿਆਂ ਦੀ ਇੱਕ ਵੱਖਰੀ ਸੁਰ ਹੈਗੀ ਜੀ। ਇਹਦੇ ਨਾਲ ਤੁਸੀਂ ਇਹ ਦੇਖੋ ਕਿ ਸਾਡੇ ਆਂਢ ਗੁਆਂਢ ਦੇ ਵਿੱਚ ਸਾਡੀ ਪੋਜੀਸ਼ਨ ਕੀ ਹੈ। ਸਾਡੇ ਆਂਢ ਗੁਆਂਢ ਦੇ ਪਾਕਿਸਤਾਨ ਨਾਲ ਸਾਡੀ ਨਹੀਂ ਬਣਦੀ, ਬੰਗਲਾਦੇਸ਼ ਦੇ ਨਾਲ ਸੰਬੰਧ ਸਾਡੇ ਚੰਗੇ ਨਹੀਂ, ਜੇ ਮਾੜੇ ਮੋਟੇ ਹੈਗੇ ਚੰਗੇ। ਉੱਥੇ ਹੁਣ ਇਲੈਕਸ਼ਨ ਹੋਣ ਵਾਲੀ ਹੈ, ਕਹਿੰਦੇ ਆ ਵੀ ਉੱਥੇ ਵੀ ਅਮਰੀਕਾ ਤੇ ਦਬਾਅ ਪਾਇਆ ਸੀ ਸਾਡੀ ਸਰਕਾਰ ਨੇ ਵੀ ਤੁਸੀਂ ਜਿਹੜੀ ਹੈਗੀ ਹੈ ਥੋੜੀ ਜਿਹੀ ਚੂੜੀ ਟਾਈਟ ਨਾ ਕਰੋ ਇਹ ਬੀਬੀ ਦੀ ਜਿਹੜੀ ਹੈਗੀ ਹੈ ਹਸੀਨਾ ਵਾਜਿਦ ਦੀ, ਸ਼ੇਖ ਹਸੀਨਾ ਦੀ, ਵੀ ਜੇ ਤੁਸੀਂ ਟਾਈਟ ਕਰੋਗੇ ਤਾਂ ਫਿਰ ਖਾਲਦਾ ਜੀਆ ਜਿਹੜੀ ਹੈ ਉਹ ਆ ਸਕਦੀ ਹੈ ਉੱਥੇ ਜੀ, ਉੱਥੇ ਉਹ ਬਣ ਜਾਣੀ ਹੈ ਪ੍ਰਾਈਮ ਮਿਨਿਸਟਰ। ਜੇ ਅਸੀਂ ਦੂਜਿਆਂ 'ਚ ਦਖਲ ਦਿੰਦੇ ਤੇ ਉਹ ਸਾਡੇ 'ਚ ਦਖਲ ਕਿਉਂ ਨਹੀਂ ਦੇਣਗੇ? ਇਹ ਬੜੀਆਂ ਗੱਲਾਂ ਜਿਹੜੀਆਂ ਹੈਗੀਆਂ, ਮਤਲਬ ਮੇਰੇ ਖਿਆਲ ਮੁਤਾਬਕ ਇਸ ਵੇਲੇ ਇੰਡੀਆ ਜਿਹੜਾ ਹੈਗਾ ਡਿਪਲੋਮੈਟਿਕ ਤੌਰ ਤੇ ਦੂਜਿਆਂ ਨਾਲੋਂ ਥੋੜਾ ਅੱਗੇ ਨਹੀਂ ਟੁੱਟ ਰਿਹਾ ਮਤਲਬ ਕਿ ਡਿਪਲੋਮੈਟਿਕ ਤੌਰ ਤੇ ਜਿਹੜਾ ਕੂਟਨੀਤਿਕ ਤੌਰ ਤੇ ਤੁਸੀਂ ਕੱਲਾ ਪੈਂਦਾ ਨਜ਼ਰ ਆ ਰਿਹਾ, ਕੱਲਾ ਪੈਂਦਾ ਹਾਂ ਟੁੱਟ ਰਿਹਾ ਉਹੀ ਹੈ ਨਾ, ਕੱਲਾ ਪੈਂਦਾ ਨਜ਼ਰ ਆ ਰਿਹਾ। ਇਕੱਲੀ 56 ਇੰਚ ਦੀ ਛਾਤੀ ਨਾਲ ਹੀ ਨਾ ਗੱਲ ਚੱਲਦੀ ਵੀ ਇੱਥੇ ਕਹਿ ਕੇ ਜੋ ਮਰਜ਼ੀ ਕਿ ਦੁਨੀਆ ਤਾਂ ਆਪਣੇ ਹਿਸਾਬ ਨਾਲ ਚੱਲਦੀ। ਜੇ ਕੈਨੇਡਾ ਤੇ ਅਮਰੀਕਾ ਨੂੰ ਆਪਾਂ ਅਲੱਗ-ਅਲੱਗ ਨਹੀਂ ਕਰਕੇ ਦੇਖ ਸਕਦੇ, ਉਹ ਤਾਂ ਇੱਕ ਕਿਸਮ ਦਾ ਇੰਗਲੈਂਡ ਨੂੰ ਵੀ ਨਹੀਂ ਕਰ ਸਕਦੇ। ਇੰਗਲੈਂਡ ਤੇ ਕੈਨੇਡਾ ਤਾਂ ਰਾਣੀ ਦੀ ਤਾਂ ਫੋਟੋ ਤੇ ਡਾਲਰ ਛਪਦੇ ਉਹ ਚੱਲਦੇ, ਹਾਂ ਉਹ ਤਾਂ ਬਿਲਕੁਲ ਉਹੀ। ਇਸੇ ਤਰ੍ਹਾਂ ਆਸਟ੍ਰੇਲੀਆ ਜਿਹੜਾ ਹੈਗਾ, ਆਸਟ੍ਰੇਲੀਆ ਵੀ ਕਿਸਮ ਦੀ ਬਸਤੀ ਰਿਹਾ, ਬਸਤੀ ਹੈ ਇੰਗਲੈਂਡ ਦੀ ਬਸਤੀ ਰਿਹਾ। ਇਹ ਸਾਰੀਆਂ ਤਾਕਤਾਂ ਜਦੋਂ ਇਕਮੁੱਠ ਹੁੰਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਹਾਲਾਤ ਚੰਗੇ ਨਹੀਂ ਲੱਗਦੇ। ਭਾਰਤ ਦਾ ਭਵਿੱਖ ਕੋਈ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਬਹੁਤੇ ਚੰਗੀ ਵਾਲੀ ਗੱਲ ਨਹੀਂ। ਹੁਣ ਜਿਹੜਾ ਸਾਡਾ ਇਹਦੇ ਵਿੱਚ ਮੋਦੀ ਦੀ ਸਥਿਤੀ ਕਿਵੇਂ ਲੈ ਕੇ ਚੱਲਦੇ ਹੋ ਸਰਕਾਰ ਦੇ ਵਿੱਚ ਤੇ ਵਿਰੋਧੀ ਧਿਰਾਂ ਦਾ ਹਜੇ ਤਾਂ ਰਿਐਕਸ਼ਨ ਆਉਣੇ ਬਾਕੀ, ਅੱਜ ਜੋ ਨਹੀਂ ਵਿਰੋਧੀ ਧਿਰ ਨੇ ਜਿਹੜੀ ਹੈ ਨਾ ਕਾਂਗਰਸ ਪਾਰਟੀ ਜਿਹੜੀ ਹੈਗੀ ਇਸ ਚੱਕਰ ਦੇ ਵਿੱਚ ਬਚ ਗਈ। ਅੱਛਾ ਜੀ, ਉਹਨੇ ਬਿਆਨ ਨਹੀਂ ਦਿੱਤਾ? ਨਹੀਂ ਦੇਤਾ ਜੀ ਬਿਆਨ ਉਹਨਾਂ ਨੇ। ਇਹ ਉਹ ਕਿਉਂਕਿ ਉਮੀਦ ਇਹ ਸੀ ਇਹਨਾਂ ਨੂੰ ਵੀ ਸ਼ਾਇਦ ਕਾਂਗਰਸ ਪਾਰਟੀ ਇਹ ਨਾ ਕਹਿੰਦੇ ਕਿ ਮੋਦੀ ਗਲਤ ਹੈ, ਪਰ ਜੈਰਾਮ ਰਮੇਸ਼ ਦੀ ਮੈਂ ਸਟੇਟਮੈਂਟ ਪੜ੍ਹ ਲਈ, ਆ ਗਈ ਉਹਨਾਂ ਦੀ ਹੁਣੇ ਸਟੇਟਮੈਂਟ ਆਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਜਿੱਥੋਂ ਤੱਕ ਵਿਦੇਸ਼ੀ ਮਾਮਲਿਆਂ 'ਚ ਭਾਰਤ ਸਰਕਾਰ ਦਾ ਸਵਾਲ ਹੈ ਜਿਹੜਾ, ਅਸੀਂ ਭਾਰਤ ਦੇ ਨਾਲ ਹੈ, ਅਸੀਂ ਭਾਰਤ ਦੇ ਨਾਲ ਹੈ। ਮਤਲਬ ਨਹੀਂ ਕਹੀਦਾ ਕਈ ਤਾਂ ਫਿਰ ਕਹਿੰਦੇ ਨੇ ਦੇਸ਼ ਵਿਰੋਧੀ ਹੈ, ਵਾਵਾ ਕਹਿ ਦਿੰਦੇ ਇੰਡੀਆ ਦੇ ਨਾਲ ਤਾਂ ਚੰਗੀ ਗੱਲ ਸੀ। ਹਾਂ ਚਲੋ ਭਾਰਤ ਇੰਡੀਆ ਦੀ ਗੱਲ ਉਹੀ ਗੱਲ ਹੈ ਵੀ ਉਹਨਾਂ ਨੇ ਕਹਿਤਾ ਵੀ ਅਸੀਂ ਜਿਹੜੀ ਇੱਥੇ ਜਿਹੜੀ ਹੈਗੇ ਸਾਡੇ ਕੋਈ ਡਿਫਰੈਂਟ ਰਾਏ ਨਹੀਂ ਹੈ, ਨੈਸ਼ਨਲ ਇੰਟਰਸਟ ਵਾਸਤੇ ਅਸੀਂ ਜਿਹੜੀ ਹੈਗੀ ਸਰਕਾਰ ਦੇ ਵੀ ਨਾਲ, ਸਰਕਾਰ ਦੀ ਵੀ ਸਪੋਰਟ ਕਰਾਂਗੇ। ਇਹ ਤੁਹਾਡੇ ਯਾਦ ਹੋਣਾ ਨਾ ਆਮ ਤੌਰ ਤੇ ਫਿਰ ਇਹ ਕਹਿੰਦੇ ਹੁੰਦੇ ਜੀ ਤਾਂ ਉਹਨਾਂ ਦੇ ਤਾਂ ਵਿਰੋਧ ਕਰਨਾ ਹੀ ਕਰਨਾ ਕਾਂਗਰਸ ਨੇ, ਇਹ ਤਾਂ ਉਹਨਾਂ ਦੇ ਦੁਮਸ਼ਲੇ ਬਣ ਗਏ ਜੀ। ਮੋਦੀ ਦਾ ਵਿਰੋਧ ਕਰਕੇ ਤਾਂ ਭਾਰਤ ਦਾ ਵਿਰੋਧ ਕਰਨ ਲੱਗੇ, ਇੰਡੀਆ ਦਾ ਵਿਰੋਧ ਕਰਨ ਲੱਗੇ। ਇਹਨਾਂ ਨੇ ਇਹ ਕਹਿ ਦੇਣਾ ਸੀ, ਉਹ ਇਹਨਾਂ ਦੇ ਜਾਲ ਦੇ ਵਿੱਚ ਫਸੇ ਨਹੀਂ। ਪਰ ਇਹ ਹੈ ਵੀ ਅਲਟੀਮੇਟਲੀ ਤਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਦੋਂ ਅਸੀਂ ਨਿਖੜਦੇ ਹਾਂ ਬਾਕੀ ਦੁਨੀਆ ਦੇ ਨਾਲ, ਉਹਦਾ ਅਸਰ ਤਾਂ ਲੀਡਰ ਤੇ ਨੈਗੇਟਿਵ ਪੈਣਾ ਹੀ ਪੈਣਾ। ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਜੀ। ਸਰ ਪੀਕੇ ਰਾਏ ਜੀ, ਪਵਨ ਕੁਮਾਰ ਰਾਏ ਜੀ ਪੰਜਾਬ ਕਾਡਰ ਦੇ ਜਿਹੜੇ 1997 ਬੈਚ ਦੇ ਨੇ, ਬਸ ਉਹੀ ਹੈ ਜੀ। ਫਿਰ ਹਾਂ ਇਹ ਆਪਣੇ ਇੱਥੇ ਕੋਤਵਾਲੀ ਦੇ ਇੰਚਾਰਜ ਰਹੇ ਹੈ। ਠੀਕ ਹੈ ਜੀ। ਏਐਸਪੀ ਹੁੰਦੇ ਸੀ ਉਸ ਵੇਲੇ। ਇੱਕ ਕਿਸੇ ਮਾਮਲੇ ਦੇ ਵਿੱਚ ਮੈਂ ਇਹਨਾਂ ਨੂੰ ਮਿਲਿਆ ਸੀ, ਬੜੇ ਮਤਲਬ ਤੇਜ਼ ਤਰਾਰ IPS ਅਫਸਰ ਹੈ, ਐ ਮਿੰਟਾਂ ਸਕਿੰਟਾਂ 'ਚ ਹੀ ਮਕਾਉਣ ਵਾਲਾ ਬੰਦਾ, ਤਾਂ ਇਹ ਕੰਮ ਕਰੀ ਜਾਂਦਾ ਨਾ। ਹਾਂਜੀ। ਤੇ ਉਹਨਾਂ ਨੇ ਰਸ਼ਮੀ ਰੰਜਨ ਸਵੈਨ ਨੂੰ ਰੀਪਲੇਸ ਕੀਤਾ ਸੀ 1991 ਬੈਚ ਦੇ ਸੀਗੇ ਜਿਹੜੇ ਜੰਮੂ ਕਸ਼ਮੀਰ ਕਾਡਰ ਦੇ। ਠੀਕ ਹੈ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ, ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ। ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਢਿੱਲੋਂ ਸਾਹਿਬ, ਮੋਦੀ ਸਾਹਿਬ ਦੀ ਗੱਲ ਹੀ ਅੱਗੇ ਲੈ ਲਈਏ। ਇੱਧਰੋਂ ਤਾਂ 440 ਵੋਲਟ ਦਾ ਝਟਕਾ ਲੱਗਿਆ ਤੇ AIDMK ਨੇ ਕਿੰਨੇ ਦਾ ਝਟਕਾ ਦਿੱਤਾ ਜੀ? ਦੱਖਣੀ ਭਾਰਤ ਦੇ ਵਿੱਚੋਂ ਇਕੱਲੀ ਇੱਕੋ ਇੱਕ ਪਾਰਟੀ AIDMK ਹੈ ਜਿਹਦਾ ਭਾਰਤੀ ਜਨਤਾ ਪਾਰਟੀ ਨਾਲ ਨੇੜ ਰਿਹਾ ਹੈ ਜੀ। ਤੇ ਹੁਣ ਵੀ ਜਿਹੜੀ ਪਿੱਛੇ ਜਿਹੀ ਇੱਕ ਮੀਟਿੰਗ ਹੋਈ ਸੀਗੀ NDA ਦੀ, ਉਸ ਮੀਟਿੰਗ ਦੇ ਵਿੱਚ ਜਿਹੜੇ ਲੀਡਰ ਬੈਠੇ ਸੀ ਜੀ, ਉਹਨਾਂ ਲੀਡਰਾਂ ਦੇ ਵਿੱਚੋਂ AIDMK ਦਾ ਲੀਡਰ ਜਿਹੜਾ ਹੈਗਾ ਮੋਦੀ ਸਾਹਿਬ ਦੇ ਨਾਲ ਦੀ ਕੁਰਸੀ ਤੇ ਬੈਠਾ ਸੀ। ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਨੇੜਤਾ ਕਿੰਨੀ ਹੈ ਜੀ। ਦੂਜੀ ਪਾਰਟੀ ਉੱਥੇ DMK ਹੈ ਜਿਹਦੇ ਲੀਡਰ ਕਿਸੇ ਜ਼ਮਾਨੇ 'ਚ ਕਰੁਣਾਨਿਧੀ ਹੁੰਦੇ ਸੀਗੇ। ਕਰੁਣਾਨਿਧੀ ਇਸ ਦੁਨੀਆ 'ਚ ਨਹੀਂ ਰਹੇ ਤੇ ਉਹਨਾਂ ਦਾ ਬੇਟਾ ਜਿਹੜਾ ਹੈਗਾ ਸਟਾਲਿਨ ਹੈ, ਇਸ ਵੇਲੇ ਉਹ ਮੁੱਖ ਮੰਤਰੀ ਹੈ ਜੀ। ਤੇ ਸਟਾਲਿਨ ਦਾ ਬੇਟਾ ਗਾਂਵ ਦੇ ਨਾਲ ਉਹਨਾਂ ਦੀ ਯੂਥ ਵਿੰਗ ਦਾ ਜਿਹੜਾ ਜਨਰਲ ਸੈਕਟਰੀ ਵੀ ਹੈ, ਜਿਵੇਂ ਆਪਣੇ ਇੱਥੇ ਪੰਜਾਬ 'ਚ ਪ੍ਰਧਾਨ ਹੁੰਦੇ ਇਹ ਉਹਨਾਂ ਪਾਰਟੀਆਂ ਦੇ ਵਿੱਚ ਜਨਰਲ ਸੈਕਟਰੀ ਹੈ ਜਿਹੜੇ ਉਹ ਸੁਪਰੀਮ ਹੁੰਦੇ ਹੈ ਜੀ। ਉਹ ਆਪਦੀ ਪਾਰਟੀ ਦਾ ਜਨਰਲ ਸੈਕਟਰੀ ਵੀ ਹੈ ਤੇ ਨਾਲ ਉਹ ਵਜ਼ੀਰ ਵੀ ਹੈ। ਤੇ ਪਿਛਲੇ ਦਿਨਾਂ 'ਚ ਉਹ ਤੁਹਾਨੂੰ ਪਤਾ ਇੱਕ ਵਿਵਾਦ ਵੀ ਖੜਾ ਹੋ ਗਿਆ ਸੀ, ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀਗਾ ਉਹ ਮੁੱਦੇ ਨੂੰ ਲੈ ਕੇ, ਆਪਣੇ ਨੂੰ ਸਨਾਤਨ ਧਰਮ ਦੇ ਨੂੰ, ਉਹਦਾ ਵੀ ਵਿਵਾਦ ਹੋ ਗਿਆ ਸੀ। ਔਰ ਉਹ ਕਾਂਗਰਸ ਪਾਰਟੀ ਦੇ ਨਾਲ ਤੇ UPA ਜਾਂ ਅੱਜ ਦਾ ਇੰਡੀਆ ਕਹਿ ਦਈਏ ਉਹਦੇ ਨਾਲ ਖੜੇ ਹੈ। ਉੱਥੇ ਭਾਰਤੀ ਜਨਤਾ ਪਾਰਟੀ ਨੂੰ ਜੇ ਇੱਕ ਅੱਧੀ ਸੀਟ ਕੋਈ ਆਉਂਦੀ ਹੈ ਤਾਮਿਲਨਾਡੂ ਦੇ ਵਿੱਚ ਤਾਂ ਉਹਨਾਂ ਦੇ ਸਹਿਯੋਗ ਨਾਲ ਆਉਂਦੀ ਹੈ।
ਲੇਕਿਨ ਦਾਨੇਵਾਲੀਆ ਸਾਹਿਬ ਉਹਨਾਂ ਦੇ ਦੋ ਲੀਡਰ ਹੈ। ਹੂੰ ਇੱਕ ਤਾਂ ਉਹਨਾਂ ਦਾ ਸਭ ਤੋਂ ਜਿਹੜਾ ਵੱਡਾ ਲੀਡਰ ਹੈ ਉਹਦਾ ਨਾਂ ਹੈ ਅੰਨਾ ਦੁਰਾਈ। ਹੂੰ ਅੰਨਾ ਦੁਰਾਈ ਬਹੁਤ ਵੱਡਾ ਲੀਡਰ ਸੀ ਔਰ ਉਹ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਦਰਾਵੜਸਤਾਨ ਦਾ ਥੰਮ ਸੀ ਜੀ, ਦਰਾਵੜ ਕਮਿਊਨਿਟੀ ਦਾ। ਉਹ ਤਾਮਿਲਨਾਡੂ ਦਾ ਮੁੱਖ ਮੰਤਰੀ ਵੀ ਰਿਹਾ। ਹੂੰ ਜਿਸ ਵੇਲੇ ਉਹਨਾਂ ਦੀ ਮੌਤ ਹੋਈ ਹੈ ਤੇ ਉਸ ਵੇਲੇ ਉਹਨਾਂ ਦੇ ਜਨਾਜ਼ੇ ਦੇ ਵਿੱਚ ਜਿਹੜੇ ਲੋਕ ਜਾਂਦੇ ਸੀ, ਕਈ ਦਰਜਨ ਲੋਕਾਂ ਨੇ ਸੁਸਾਈਡ ਕਰ ਲਈ ਸੀ, ਜੀ, ਆਪਣੇ ਆਪ ਨੂੰ ਅੱਗਾਂ ਲਾ ਕੇ ਮਰ ਗਏ ਸੀ ਅੰਨਾ ਦੁਰਾਈ ਦੇ ਉਸ ਦੌਰ ਦੇ ਵਿੱਚ। ਜੀ, ਦੂਜੀ ਲੀਡਰ ਜਿਹੜੀ ਹੈਗੀ ਅੰਨਾ DMK ਦੀ, ਫਿਰ ਬਾਅਦ ਦੇ ਵਿੱਚ ਇਹਨਾਂ ਦਾ ਕਲੇਸ਼ ਪੈ ਗਿਆ ਸੀ। ਹੂੰ ਅੰਨਾ ਦੁਰਾਈ ਦਾ ਵਾਰਸ ਕੌਣ ਹੋਵੇ, ਜੀ, ਕਰੁਣਾਨਿਧੀ ਜਾਂ MG ਰਾਮਾਚੰਦਰ। ਹੂੰ MG ਰਾਮਾਚੰਦਰ ਵੀ ਇੱਕ ਬਹੁਤ ਵੱਡਾ ਫਿਲਮੀ ਕਲਾਕਾਰ ਸੀ ਹੂੰ ਤੇ ਉਹਨੇ ਕਿਸੇ ਹੱਦ ਤੱਕ ਜਿਹੜਾ ਹੈਗਾ ਕਰੁਣਾਨਿਧੀ ਨੂੰ ਠਿੱਬੀ ਲਾਤੀ ਸੀ ਤੇ ਉਹ ਬੰਦਾ ਕਾਫੀ ਲੰਬਾ ਸਮਾਂ ਮੁੱਖ ਮੰਤਰੀ ਉੱਥੇ ਦਾ ਰਿਹਾ ਸੀ। ਉਸ ਵੇਲੇ ਕਾਂਗਰਸ ਪਾਰਟੀ ਨਾਲ ਨੇੜਤਾ ਉਹਨਾਂ ਦੀ ਹੁੰਦੀ ਸੀ, ਅੰਨਾ DMK ਵਾਲਿਆਂ ਦੀ। ਤਾਂ ਅੰਨਾ DMK ਦੇ ਵਿੱਚ ਹੀ ਕੰਮ ਕਰਨ ਲੱਗ ਗਈ ਸੀ ਫਿਰ ਇਹ ਬੀਬੀ ਜੀ, ਜੈਲਲਤਾ। ਤੇ ਜੈਲਲਤਾ ਬਹੁਤ ਕਰੀਬ ਹੋ ਗਈ ਸੀਗੀ ਆਪਣੇ ਰਾਮਾਚੰਦਰਨ ਦੇ, ਜੀ, ਜੀ, MG ਰਾਮਾਚੰਦਰਨ ਦੇ। ਤੇ ਉਹ ਤੋਂ ਬਾਅਦ MG ਰਾਮਾਚੰਦਰਨ ਤੋਂ ਬਾਅਦ ਫਿਰ ਉਹ ਪ੍ਰਾਈਮ ਮਿਨਿਸਟਰ ਵੀ ਬਣ ਗਈ ਸੀ ਤੇ ਉਹਨਾਂ ਦੇ ਘਰ ਦੇ ਵਿੱਚ ਵੀ ਕਲੇਸ਼ ਪੈ ਗਿਆ ਸੀ, ਹੂੰ ਕਿਉਂਕਿ MG ਰਾਮਾਚੰਦਰ ਦਾ ਪਰਿਵਾਰ ਕੁਝ ਹੋਰ ਕਹਿੰਦਾ ਸੀ ਤੇ ਇਹ ਬੀਬੀ ਕੁਝ ਹੋਰ ਕਹਿੰਦੀ ਸੀ। ਕਾਫੀ ਕਲੇਸ਼ ਵਧਿਆ ਸੀ, ਲੇਕਿਨ ਬਤੌਰ ਲੀਡਰ ਹੂੰ ਇਹ ਸਥਾਪਿਤ ਹੋ ਗਈ ਸੀ। ਜੀ। ਹੁਣ ਉੱਥੇ ਜਿਹੜੇ ਆਪਣੀ ਆਮ ਤੁਹਾਡੇ ਇਹਨਾਂ ਦੇ ਹੈਗੇ BJP ਦੇ ਲੀਡਰ ਤਾਂ ਉਹਨਾਂ ਨੂੰ ਕ੍ਰਿਟੀਸਾਈਜ਼ ਕਰ ਰਹੇ, ਜੀ, ਨਾਲੇ ਤਾਂ ਅੰਨਾ ਦੁਰਾਈ ਨੂੰ ਕਰ ਰਹੇ ਤੇ ਨਾਲ ਹੀ ਜੈਲਲਤਾ ਨੂੰ ਕਰ ਰਹੇ। ਹੂੰ ਇਹ ਚੀਜ਼ ਉਹਨਾਂ ਦੇ ਹਜ਼ਮ ਨਹੀਂ ਹੋ ਰਹੀ, ਜੀ, ਉਹ ਬਰਦਾਸ਼ਤ ਨਹੀਂ ਕਰ ਸਕਦੇ ਵੀ ਸਾਡਾ ਕੀ ਹੈ। ਤੇ ਹੁਣ ਉਹਨਾਂ ਦਾ ਜਿਹੜਾ ਸਟੇਟ ਦਾ ਪ੍ਰੈਜ਼ੀਡੈਂਟ ਹੈ, ਜਨਰਲ ਸੈਕਟਰੀ ਹੈ, ਜੀ, ਉਹਨੇ ਜੀ ਸਿੱਧਾ ਪੱਧਰੀ ਕਹਿਤਾ ਕਿ ਸਾਡਾ NDA ਨਾਲ ਕੋਈ ਤਾਲੁਕ ਨਹੀਂ, ਹੂੰ ਫਿਲਹਾਲ ਸਾਡਾ ਕੋਈ ਤਾਲੁਕ ਨਹੀਂ, ਜਦੋਂ ਇਲੈਕਸ਼ਨ ਆਉਣਗੀਆਂ ਉਦੋਂ ਦੇਖਾਂਗੇ। ਉਹ ਕਹਿੰਦੇ ਕਿਉਂਕਿ ਉੱਥੇ ਜੇ ਜੈਲਲਤਾ ਦੀ ਵਿਰੋਧਤਾ ਹੁੰਦੀ ਹੈ, ਅੰਨਾ ਦੁਰਾਈ ਦੀ ਵਿਰੋਧਤਾ ਹੁੰਦੀ ਹੈ, ਉਹਨਾਂ ਦੇ ਵਿਰੋਧ ਵਿੱਚ ਕੋਈ ਬੰਦਾ ਬੋਲਦਾ ਤਾਂ ਸਮਝ ਲਓ ਵੀ ਦਰਾਵੜ ਪਾਰਟੀ ਦੇ ਵਿੱਚ ਤਾਂ ਪੈਰ ਨਹੀਂ ਲੱਗਣੇ ਉਹਨਾਂ ਦੇ। ਬਿਲਕੁਲ। ਤੇ DMK ਨੇ ਹੁੰਜਾ ਫਿਰ ਦੇਣਾ ਜਿਹੜਾ ਮਾੜਾ ਮੋਟਾ ਇਹਨਾਂ ਦੇ ਕੋਲੇ ਰਹਿ ਗਿਆ। ਸੋ ਮੇਰੇ ਖਿਆਲ ਮੁਤਾਬਕ ਇਹ ਕੰਮ ਕਾਫੀ ਮਹਿੰਗਾ ਪੈ ਰਿਹਾ ਹੈ ਵਾਜਪਾਈ ਸਾਹਿਬ ਨੂੰ। ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰ ਰਿਹਾ ਕਿ ਆਪਣਾ ਤਾਂ ਕੋਈ ਜੋਤਿਸ਼ ਵਗੈਰਾ ਦੇ ਵਿੱਚ ਬਹੁਤਾ ਵਿਸ਼ਵਾਸ ਨਹੀਂ, ਬਹੁਤਾ ਕੀ ਭੋਰਾ ਹੀ ਹੈ ਨਹੀਂਗਾ। ਆਪਾਂ ਤਾਂ ਇਹਨੂੰ ਇੱਕ ਟ੍ਰਿਕ ਮੰਨਦੇ ਆ। ਲੇਕਿਨ ਇੱਕ TV ਚੈਨਲ ਦੇ ਉੱਤੇ ਮੈਂ ਪ੍ਰੋਗਰਾਮ ਸੁਣ ਰਿਹਾ ਸੀ ਐਤਵਾਰ ਨੂੰ। ਉਹ ਇੱਕ ਕੋਈ ਇੰਜੀਨੀਅਰ ਹੈ ਤੇ ਉਹ ਜੋਤਸ਼ੀ ਹੈ। ਕਈ ਵਾਰੀ ਉਹ ਤੁੱਕੇ ਲਾ ਲੈਂਦੇ ਹੁੰਦੇ, ਤੁੱਕਾ ਲਾ ਲੈਂਦੇ ਹੁੰਦੇ ਤੇ ਉਹਨੂੰ ਲੋਕ ਮੰਨਣ ਲੱਗ ਜਾਂਦੇ। ਉਹ ਕਹਿੰਦਾ ਸੀ ਵੀ ਜਦੋਂ ਆ ਸਤੰਬਰ ਦਾ ਮਹੀਨਾ ਚੜਿਆ ਨਾ, ਸਤੰਬਰ ਦੇ ਮਹੀਨੇ ਤੋਂ ਬਾਅਦ ਜਿੰਨੇ ਵੀ ਕਦਮ ਚੁੱਕਣਗੇ ਮੋਦੀ ਸਾਹਿਬ ਜੀ, ਉਹ ਕਦਮ ਸਾਰੇ ਇਹਨਾਂ ਨੂੰ ਪੁੱਠੇ ਹੀ ਪੈਣਗੇ। ਅੱਛਾ ਜੀ। ਔਰ ਇਹ ਡੇ ਬਾਈ ਡੇ ਕਮਜ਼ੋਰ ਹੀ ਹੁੰਦੇ ਜਾਣਗੇ। ਹੁਣ ਤੁਸੀਂ ਇਹ ਦੇਖੋ ਕਿ ਆਹ ਜਿਹੜਾ ਪਹਿਲੀ ਗੱਲ ਤਾਂ ਤੁਹਾਡਾ ਕੈਨੇਡਾ ਵਾਲਾ ਪੰਗਾ ਇਹ ਲੈ ਲਿਆ। ਦੂਜਾ ਜਿਹੜਾ ਹੈਗਾ ਪੰਗਾ ਤੁਹਾਡਾ ਇੰਟਰਨਲ, ਜਿਹੜਾ ਪਾਰਲੀਮੈਂਟ ਦੇ ਵਿੱਚ ਉਹ ਵੀ ਬਗੈਰ ਕਿਸੇ ਗੱਲ ਤੋਂ ਹੀ ਸੱਦ ਲਿਆ ਸੈਸ਼ਨ, ਔਰ ਉਹਦੇ ਚ ਕੱਲ ਕੈਬਨਿਟ ਦੀ ਮੀਟਿੰਗ ਕੀਤੀ। ਕੈਬਨਿਟ ਦੀ ਮੀਟਿੰਗ ਦੇ ਵਿੱਚ ਕਹਿੰਦੇ ਜੀ ਵੇਖੋ ਸਹੀ ਗੱਲ, ਬੜੇ ਇਤਿਹਾਸਕ ਫੈਸਲੇ ਹੋਣਗੇ। ਕੈਬਨਿਟ ਦੀ ਮੀਟਿੰਗ ਹੋ ਗਈ, ਕੈਬਨਿਟ ਦੀ ਮੀਟਿੰਗ ਦੀ ਜਾਣਕਾਰੀ ਨਹੀਂ ਦਿੱਤੀ ਕਿਸੇ ਨੂੰ। ਦੱਸੋ, ਜੇ ਇੱਕ ਪਾਰਲੀਮਾਨੀ ਮਿਨਿਸਟਰ ਨੇ ਉਹਦੀ ਜਾਣਕਾਰੀ ਥੋੜੀ ਜਿਹੀ ਟਵੀਟ ਤੇ ਪਾਤੀ ਤੇ ਬਾਅਦ ਵਿੱਚ ਟਵੀਟ ਜਿਹੜਾ ਹੈਗਾ ਡਿਲੀਟ ਵੀ ਕਰਤਾ ਤੇ ਪੱਟਿਆ ਪਹਾੜ ਨਿਕਲਿਆ ਚੂਹਾ। ਕੀ ਕਹਿੰਦੇ ਜੀ ਔਰਤਾਂ ਨੂੰ ਜਿਹੜੀ 33% ਰਿਜ਼ਰਵੇਸ਼ਨ ਦੇਵਾਂਗੇ। ਹੁਣ 33% ਰਿਜ਼ਰਵੇਸ਼ਨ ਦਾ ਐਲਾਨ ਤਾਂ ਕਰਤਾ, ਲੈ ਵੀ ਆਏ, ਬਿੱਲ ਪੇਸ਼ ਵੀ ਕਰਤਾ ਜੇ। ਇਹ ਤਾਂ ਕੱਲ ਨੂੰ ਦੇਖਾਂਗੇ ਵੀ ਇਹਦਾ ਬਿੱਲ ਦਾ ਬਣਦਾ ਕੀ ਹੈ। ਪਰ ਉਹਦਾ ਬੈਨੀਫਿਟ ਆਪ ਲੈਂਦੇ ਸੀ ਤੇ ਬੈਨੀਫਿਟ ਅੱਜ ਇੱਕੇ ਸ਼ਬਦ ਦੇ ਨਾਲ ਸੋਨੀਆ ਗਾਂਧੀ ਲੈ ਗਈ ਜੀ। ਸੋਨੀਆ ਗਾਂਧੀ ਜਦੋਂ ਪਾਰਲੀਮੈਂਟ ਜਾ ਰਹੇ ਤੇ ਉਹ ਨਾਲ ਦੀ ਨਾਲ ਹੀ ਪੱਤਰਕਾਰ ਵੀ, ਹਾਂਜੀ ਤੁਸੀਂ ਦੱਸੋ ਜੀ, ਤਾਂ ਬੜਾ ਵੱਡਾ ਬਿੱਲ ਆ ਗਿਆ, ਬੜਾ। ਉਹ ਰੁਕੀ ਇੱਕ ਮਿੰਟ, ਰੁਕ ਕੇ ਕਹਿੰਦੀ ਆਪਣਾ ਹੀ ਹੈ, ਆਪਣਾ ਹੀ ਹੈ। ਉਹ ਕਹਿ ਕੇ ਚੱਲ ਗਈ ਤੇ ਉਹ ਜਿਵੇਂ ਮਤਲਬ ਕਹਿੰਦੇ ਹੁੰਦੇ ਵੀ ਉਹ ਇੱਕ ਇਸ਼ਾਰਾ ਕਰਤਾ ਤੇ ਉਹ ਤੋਂ ਬਾਅਦ ਲੇਖ ਲਿਖਣੇ ਸ਼ੁਰੂ ਕਰ ਦਿੰਦੇ। ਫਿਰ ਅਗਲੇ ਨੇ ਇਤਿਹਾਸ ਚੱਕ ਲਿਆ ਸਾਰਾ ਕੁਝ। ਵੀ ਇਹ ਅਸਲ ਦੇ ਵਿੱਚ ਇਹ ਮਾਮਲਾ ਤਾਂ 2010 ਦੇ ਵਿੱਚ ਹੀ ਹੋ ਗਿਆ ਸੀ। ਬਿਲਕੁਲ 2010 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ, ਔਰਤਾਂ ਨੂੰ 33% ਰਿਜ਼ਰਵੇਸ਼ਨ ਦਿੱਤਾ ਜਾਵੇ। ਉਦੋਂ ਰਾਜ ਸਭਾ 'ਚ ਇਹ ਬਿੱਲ ਪੇਸ਼ ਵੀ ਹੋ ਗਿਆ ਔਰ ਪਾਸ ਵੀ ਹੋਇਆ। ਲੋਕ ਸਭਾ ਦੇ ਵਿੱਚੋਂ ਪਾਸ ਨਹੀਂ ਹੋਇਆ ਸੀ, ਉਹ ਕ੍ਰੈਡਿਟ ਹੋ ਲੈ ਗਈ। ਉਹ ਹੁਣ ਕ੍ਰੈਡਿਟ ਨਾ ਮਤਲਬ ਉਹਨਾਂ ਨੂੰ ਇਹ ਦੇਣਾ ਨਹੀਂ ਚਾਹੁੰਦੇ ਸੀ, ਇਹਦੇ ਬਾਵਜੂਦ ਲੈਣਾ ਆਪ ਚਾਹੁੰਦੇ ਸੀ। ਚਲਾ ਉਹਨਾਂ ਕੋਲੇ ਗਿਆ, ਜਿਹੜਾ ਤਾਮ ਝਾਮ ਸਾਰਾ ਕੀਤਾ ਸੀ। ਕੁੱਲ ਮਿਲਾ ਕੇ ਜਿਹੜੇ ਸਟੈਪ ਚੱਕੇ ਜਾ ਰਹੇ ਹੈ, ਮੇਰੇ ਖਿਆਲ ਮੁਤਾਬਕ ਉਹ ਸਟੈਪ ਜਿਹੜੇ ਹੈਗੇ ਆਪ ਹੀ ਇਹਨਾਂ ਵਾਸਤੇ ਆਤਮਘਾਤੀ ਸਾਬਤ ਹੋ ਰਹੇ ਹੈ ਜੀ। ਸੋ ਪ੍ਰੋਗਰਾਮ ਸ਼ਮਾਦਾਨ ਤੇ ਤੁਸੀਂ ਮੇਰੇ ਨਾਲ D15 ਚਲਾਉਂਦੇ ਜਾਂ ਪੈਕਾਰ, ਮੈਕਸ ਫੋਰਸ, ਕਮਿੰਸ, ISX, ਵੋਲਵੋ, ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ। ਟਰੱਕ ਸਰਵਿਸਿੰਗ, ਵਾਹ ਭਾਈ ਵਾਹ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519-622-0660 519-622-0660 QTL, because we care. The Bang
ਭੈਣ ਜੀ ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੇਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ, ਸਾਊਥ ਈਸਟ, ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਭਰਵਾਉਣ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ। ਮੰਥ ਦੇ ਅਖੀਰ ਤੇ ਚੈੱਕ ਸਿੱਧਾ ਘਰੇ ਪਹੁੰਚ ਜਾਏਗਾ। 25 ਏਕੜ ਦੇ ਇਸ ਕੰਪਲੈਕਸ 'ਚ ਹਨ ਸਾਫ਼ ਸੁਥਰੇ ਸ਼ਾਵਰ, ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ। ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ, ਫਿਰ ਕਿਤੇ ਹੋਰ ਕਿਉਂ ਜਾਣਾ? ਰੀਫਰੈਸ਼ ਟਰੈਵਲ ਪਲਾਜ਼ਾ, TA ਮਡੇਰਾ, ਐਗਜ਼ਿਟ 144, ਹਾਈਵੇ 99। ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ at 5599647787। ਬਹੁਤ ਜਲਦ ਬੇਕਰਸਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟੈਫਟ ਹਾਈਵੇ ਤੇ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ। ਢਿੱਲੋਂ ਸਾਹਿਬ, ਹੁਣ ਆਪਾਂ ਗੱਲ ਕਰ ਲਈਏ ਸਾਡੇ ਜਿਹੜੇ ਮੰਤਰੀ ਹੁੰਦੇ ਨੇ, ਲੀਡਰ ਹੁੰਦੇ ਨੇ, ਜਦੋਂ ਸਾਬਕਾ ਵੀ ਹੋ ਜਾਂਦੇ ਕਈ ਵਾਰੀ, ਫਿਰ ਉਹ ਸਿਕਿਉਰਿਟੀ ਵੇਲੇ ਤਾਂ ਬੜਾ ਕੁਝ ਚੱਲ ਫਲਾਨੇ ਆਹ ਰੱਖਿਆ, ਚੱਲ ਫਲਾਨੇ ਉਹ ਰੱਖਿਆ, ਬੌਕਰੀ ਚੱਕ ਲਈ, ਘਰੇ ਸੀ ਬੰਦਾ, ਕਹਿੰਦੇ ਸਾਰਾ ਕੁਝ ਹੀ ਹੂੰਝ ਕੇ ਲੈ ਗਿਆ। ਬਿਲਕੁਲ ਦਾਨੇਵਾਲੀਆ ਸਾਹਿਬ, ਜੇ ਆਪਾਂ ਮੰਤਰੀ ਜੀ ਦੀ ਗੱਲ ਕਰੀਏ ਤੇ ਇਹ ਜਗਦੀਸ਼ ਸਿੰਘ ਗਰਚਾ ਹੈ, ਮਾਣੇ ਗਰਚੇ ਦਾ ਭਾਈ, ਮਾਨ ਸਿੰਘ ਗਰਚੇ ਦਾ ਭਾਈ। ਚਲ ਮਾਣਾ ਤਾਂ ਕਾਹਨੂੰ ਕਹਿੰਦਾ, ਮਾਣਾ ਲੁਧਿਆਣੇ ਤਾਂ ਮਾਣਾ ਕਹਿੰਦੇ ਆ ਨਾ ਜੀ, ਆਪਾਂ ਮਾਨ ਸਿੰਘ ਆਪਾਂ ਥੋੜਾ ਦੂਰ ਬੈਠੇ ਨਹੀਂ, ਉਹ ਪਤਾ ਨਹੀਂ ਨਾ, ਅਗਲਾ ਕਹਿੰਦਾ ਮਾਨ ਸਿੰਘ ਕੌਣ, ਤੁਸੀਂ ਉੱਥੇ ਮਾਣਾ ਕਹਿ ਦਿਓ ਤਾਂ ਸਾਰਿਆਂ ਨੂੰ ਪਤਾ ਲੱਗ ਜਾਂਦਾ। ਤੁਸੀਂ ਦੱਸ ਦਿਓ ਲੁਧਿਆਣੇ ਨੂੰ ਵੀ ਭਾਈ ਤੁਹਾਡੇ ਵਾਲਾ ਹੀ ਹੈ। ਹਾਂ ਹਾਂ ਹਾਂ। ਇਹ ਮੈਨੂੰ ਜਿਹਨਾਂ ਇੱਕ ਜਾਣਕਾਰੀ ਮਿਲੀ ਹੈ ਵੀ ਮਾਨ ਸਿੰਘ ਗਰਚਾ ਜਾਂ ਮਾਣਾ ਇਹ ਹੁੰਦਾ ਸੀ ਬਠਿੰਡਾ ਜੇਲ੍ਹ 'ਚ। ਅੱਛਾ ਜੀ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਧਰਮ ਯੁੱਧ ਮੋਰਚਾ ਲੱਗਿਆ ਹੋਇਆ ਸੀ ਤੇ ਧਰਮ ਯੁੱਧ ਮੋਰਚੇ ਦੇ ਵਿੱਚ ਗੁਰਦਾਸ ਸਿੰਘ ਬਾਦਲ ਨੇ ਵੀ ਗ੍ਰਿਫਤਾਰੀ ਦੇ ਦਿੱਤੀ ਸੀ, ਪ੍ਰਕਾਸ਼ ਸਿੰਘ ਬਾਦਲ ਨੇ ਵੀ ਦਿੱਤੀ ਸੀ। ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਮੇਰਾ ਖਿਆਲ 77-78 ਦੇ ਵਿੱਚ ਲੁਧਿਆਣਾ ਦੀ ਜੇਲ੍ਹ ਦਾ ਨੀਂਹ ਪੱਥਰ ਰੱਖਿਆ ਸੀ ਤੇ ਜਦੋਂ ਤੱਕ ਉਹਨਾਂ ਨੂੰ ਉਹ ਵਾਰੀ ਆਈ ਮੋਰਚਾ ਲਾਉਣ ਦੀ, ਉਦੋਂ ਤੱਕ ਉਹ ਜੇਲ੍ਹ ਬਣ ਕੇ ਤਿਆਰ ਹੋ ਗਈ ਸੀ ਜੀ। ਪਰ ਕਿਉਂਕਿ ਧਰਮ ਯੁੱਧ ਮੋਰਚੇ ਵਾਲਿਆਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਉਹ ਉਸ ਤਰ੍ਹਾਂ ਤਾਂ ਗ੍ਰਿਫਤਾਰੀਆਂ ਹੁੰਦੀਆਂ ਨੇ ਜਿਵੇਂ ਮੁਲਜ਼ਮਾਂ ਦੀਆਂ ਹੁੰਦੀਆਂ, ਪੱਕਿਆਂ ਦੀਆਂ ਜਾਂ ਕਿਵੇਂ, ਉਹਦਾ ਵੀ ਪੋਲੀਟੀਕਲ ਬੰਦੇ ਇਹਨਾਂ ਨੇ ਕਿੱਥੇ ਜਾਣਾ ਤੇ ਕਹਿੰਦੇ ਵੀ ਉਦੋਂ ਸ਼੍ਰੀ ਗਣੇਸ਼ ਵੀ ਉਸ ਜੇਲ੍ਹ ਦਾ ਬਾਦਲ ਸਾਹਿਬ ਨੇ ਕੀਤਾ ਸੀ। ਅੱਛਾ ਜੀ। ਬਾਦਲ ਸਾਹਿਬ ਨੇ ਮਤਲਬ ਨੀਂਹ ਪੱਥਰ ਰੱਖਿਆ ਸੀ ਤੇ ਜਿਹੜਾ ਫਿਜ਼ੀਕਲ ਅਪੀਅਰੈਂਸ ਅੰਦਰ ਕੀਤੀ ਹੈ, ਜਿਹੜੀ ਆ ਉਦਘਾਟਨ ਵੀ ਇਹਨਾਂ ਨੇ ਕੀਤਾ। ਤਾਂ ਮਾਨ ਸਿੰਘ ਉੱਥੇ ਇਹਨਾਂ ਦੇ ਨਾਲ ਹੁੰਦਾ ਸੀ। ਆਪਣੇ ਬਾਦਲ ਸਾਹਿਬ ਉੱਥੇ ਹੁੰਦੇ ਸੀ, ਦਾਸ ਜੀ ਇੱਥੇ ਸੀ, ਦਾਸ ਹੋਰਾਂ ਦੇ ਨਾਲ ਮਾਨ ਸਿੰਘ ਹੁੰਦਾ ਸੀ ਬਠਿੰਡੇ 'ਚ। ਅੱਛਾ ਜੀ। ਇਹਨਾਂ ਦੀ ਟਰਾਂਸਫਰ ਉੱਥੋਂ ਕਰਤੀ ਸੀ ਤੇ ਇਹ ਫਿਰ ਉਹਨਾਂ ਦੀ ਨੇੜਤਾ ਬੜੀ ਹੋ ਗਈ ਸੀ। ਤੁਹਾਡੇ ਯਾਦ ਹੋਣਾ ਉਹ ਇੱਕ ਜੈਲਾ ਹੁੰਦਾ ਸੀ ਕੋਟ ਸ਼ਮੀਰ ਦਾ ਜੀ, ਉਹਦੀਆਂ ਲੱਤਾਂ ਬਾਹਾਂ ਤੋੜਤੀਆਂ ਸੀ। ਅਸਲ ਦੇ ਵਿੱਚ ਹੋਇਆ ਕੀ ਸੀ ਕਿ ਜੈਲਾ ਜਾ ਕੇ ਬਹਿੰਦਾ ਹੁੰਦਾ ਦਾਸ ਜੀ ਕੋਲੇ ਤੇ ਉਧਰੋਂ ਮਾਨ ਸਿੰਘ ਜਾ ਕੇ ਬਹਿ ਜਾਂਦਾ, ਕਿਉਂਕਿ ਜਗਦੀਸ਼ ਸਿੰਘ ਗਰਚਾ ਜਿਹੜਾ ਹੈਗਾ ਉਹ ਓਪਨ ਸੀਗਾ, ਉਹਦਾ ਕੋਈ ਪ੍ਰੋਬਲਮ ਨਹੀਂ ਸੀ। ਮਾਨ ਸਿੰਘ ਕਿਸੇ ਕੇਸ 'ਚ ਆਇਆ ਵਾ ਸੀ ਤਾਂ ਮਾਨ ਸਿੰਘ ਨੇ ਆਪਦੇ ਭਰਾ ਦੀ ਡਿਊਟੀ ਲਾਤੀ ਕਿ ਮੈਂ ਇੱਥੇ ਦਾਸ ਜੀ ਕੋਲੇ ਬਹਿਣਾ, ਇੱਥੇ ਬਾਦਲ ਸਾਹਿਬ ਦੀ ਟਹਿਲ ਸੇਵਾ ਕਰਿਆ ਕਰ ਜੀ। ਤੇ ਉਹ ਰਾਸ਼ਨ ਪਾਣੀ ਫਿਰ ਉਸ ਜੱਥੇ ਨੂੰ ਜਿਹੜਾ ਚਾਹੀਦਾ ਹੁੰਦਾ ਸੀਗਾ ਜਗਦੀਸ਼ ਸਿੰਘ ਗਰਚਾ ਅੰਦਰ ਪਹੁੰਚਾਉਂਦਾ ਹੁੰਦਾ ਜੀ। ਨੇੜਤਾ ਬਣ ਗਈ ਤੇ ਉਹ ਬਾਦਲ ਸਾਹਿਬ ਕੋਲੇ ਬਹਿ ਜਾ ਕਰੇ ਜਾ ਕੇ ਦਾਸ ਜੀ ਕੋਲੇ ਮਾਨ ਸਿੰਘ। ਤੇ ਇਹ ਜਿਹੜੇ ਜੈਲੇ ਵਰਗੇ ਤੇ ਇੱਕ ਉਹਨਾਂ ਦਿਨਾਂ ਦੇ ਵਿੱਚ ਹੁੰਦਾ ਸੀ ਤੇਜਾ ਸਿੰਘ ਢਿੱਲੋਂ, ਜਿਹੜੇ ਹੈਲਥ ਮਿਨਿਸਟਰ ਹੁੰਦੇ ਸੀ, ਸਿੰਘੇ ਵਾਲੀਏ। ਉਹ
ਜੈਲੇ ਨਾਲ ਉਹਨਾਂ ਦੀ ਵੀ ਨੇੜਤਾ ਸੀ ਤੇ ਉਹਨਾਂ ਨੇ ਦੇਖਿਆ ਯਾਰ ਇਹ ਮਾਣਾ ਬੈਠਣ ਲੱਗੇ ਤੇ ਜਗਤਾਰ ਬਾਬੇ ਹੋਰੀ ਜੀ ਇਹ ਜਗਤਾਰ ਬਾਬਾ ਤੇ ਇਹਦਾ ਭਰਾ ਹਰਪਾਲ ਇਹ ਵੀ ਅੰਦਰ ਹੁੰਦੇ ਸੀ ਇਹਨਾਂ ਤੋਂ ਕਤਲ ਹੋ ਗਿਆ ਸੀਗਾ। ਤਾਂ ਉਹਨਾਂ ਨੇ ਕਿਹਾ ਵੀ ਯਾਰ ਇਹ ਉਹਨਾਂ ਕੋਲੇ ਬਹਿੰਦਾ ਮੁੰਡਿਆਂ ਦੇ ਕੋਲੇ ਤੇ ਮਾੜਾ ਮੋਟਾ ਆਪਾਂ ਇਹਦੀ ਹੱਬ ਬਣਾ ਕਰ ਦਈਏ ਤੇ ਇਹਨਾਂ ਨੇ ਮਾਨ ਸਿੰਘ ਦੇ ਥੱਪੜ ਮਾਰਤੇ। ਅੱਛਾ ਜੀ। ਜੈਲੇ ਹੋਰਾਂ ਨੇ। ਮਾਨ ਸਿੰਘ ਨੇ ਜਾ ਕੇ ਕੰਬਲ ਲਿਆ ਤੇ ਪੈ ਗਿਆ, ਬਦਨਾਮੀ ਹੋ ਗਈ ਵੀ ਯਾਰ ਆਪਣੇ ਥੱਪੜ ਮਾਰਤੇ, ਗੱਲ ਬੜੀ ਮਾੜੀ ਹੋਈ। ਤੇ ਉਹ ਜਗਤਾਰ ਹੋਰੀ ਚੌੜ ਕਰਨ ਲੱਗੇ ਵੀ ਬਾਬਾ ਕਿਵੇਂ ਹੈ, ਅੰਕਲ ਕਿਵੇਂ ਹੈ ਉਹਦਾ ਕਿਹੜਾ ਕਿਵੇਂ ਹੈ, ਜੇ ਕਿਤੇ ਲੁਧਿਆਣਾ ਜੇਲ੍ਹ ਹੁੰਦੀ ਤਾਂ ਮੈਂ ਅੱਗ ਲਾ ਦਿੰਦਾ। ਇੱਥੇ ਉਹਨੂੰ ਬੈਠੀ ਦੂਰ ਆ ਤੇ ਮੇਰੇ ਥੱਪੜ ਵੱਜ ਗਿਆ, ਉਹਦੀ ਗੱਲ ਕੀ ਹੈ, ਫਿਰ ਆਪਾਂ ਕਰ ਲੈਣੇ ਕੰਮ। ਸਵੇਰੇ ਸੈਰ ਕਰਦੇ ਹੁੰਦੇ ਸੀ ਜੀ ਚੱਕਰ ਦੇ ਆਲੇ ਦੁਆਲੇ। ਅੱਛਾ ਜੀ। ਉਹਨਾਂ ਦੋਨਾਂ ਭਰਾਵਾਂ ਦੇ ਉੱਤੇ ਲਈਆਂ ਸੀ ਲੋਹੀਆਂ ਤੇ ਖਲਪਾੜਾ ਹੁੰਦੀਆਂ ਸੀ। ਹੁਣ ਤਾਂ ਖੈਰ ਜੇਲ੍ਹਾਂ ਦੇ ਵਿੱਚ ਆ ਗਏ ਦੂਜੇ ਗੈਸ ਸਿਲੰਡਰ ਆ ਗਏ, ਉਦੋਂ ਖਲਪਾੜਾ ਨਾਲ ਹੀ ਕੰਮ ਚੱਲਦਾ ਸੀ। ਖਲਪਾੜਾ ਚੱਕ ਲਈਆਂ ਤੇ ਇਹਨਾਂ ਨੇ ਫਿਰ ਉਹ ਤੇਜਾ ਸੁਦਾ ਨਿਕਲ ਗਿਆ ਤੇ ਜੈਲਾ ਚੜ ਗਿਆ ਡਿੱਕੀ। ਅੱਛਾ ਜੀ। ਜੈਲੇ ਦੀਆਂ ਲੱਤਾਂ ਤੋੜਤੀਆਂ ਸੀ। ਅੱਛਾ। ਉਹ ਫਿਰ ਇਹਨਾਂ ਦਾ ਸਿਲਸਿਲਾ ਚੱਲਦਾ ਰਿਹਾ ਤੇ ਇਹ ਪਰਿਵਾਰ ਇੰਨਾ ਜ਼ਿਆਦਾ ਨੇੜੇ ਹੋ ਗਿਆ ਬਾਦਲ ਸਾਹਿਬ ਦੇ ਵੀ, ਜਦੋਂ ਬਾਦਲ ਸਾਹਿਬ ਬਾਹਰ ਆਏ ਤੇ ਮਾਨ ਸਿੰਘ ਤਾਂ ਉਹਨਾਂ ਦੇ ਨਾਲ ਫਿਰ ਸਿਕਿਉਰਿਟੀ ਡਿਊਟੀ ਵੀ ਨਿਭਾਉਂਦਾ ਰਿਹਾ। ਅੱਛਾ ਜੀ। ਤੇ ਇਹ ਜਿਹੜਾ ਜਗਦੀਸ਼ ਸਿੰਘ ਗਰਚਾ ਸੀਗਾ ਇਹ ਭਲਮਾਨ ਸੀ ਜੀ ਵਾਲਾ, ਇਹਨੇ ਆਪਦਾ ਇੱਕ ਇਮੇਜ ਬਣਾਇਆ ਸੀ। ਠੀਕ ਹੈ ਜੀ। ਫਿਰ ਆ ਗਈ 97 ਵਾਲੀ ਚੋਣ। 97 ਦੀ ਚੋਣ ਬਾਦਲ ਸਾਹਿਬ ਨੇ 2 ਹਲਕਿਆਂ ਤੋਂ ਲੜੀ ਸੀ ਜੀ, ਲੰਬੀ ਤੋਂ ਵੀ ਤੇ ਕਿਲਾ ਰਾਏਪੁਰ ਤੋਂ। ਕਿਲਾ ਰਾਏਪੁਰ ਇਹਨਾਂ ਨੇ ਛੱਡਤੀ ਸੀ ਤੇ ਬਾਅਦ ਦੇ ਵਿੱਚ ਫਿਰ ਜਗਦੀਸ਼ ਸਿੰਘ ਗਰਚੇ ਨੂੰ ਉੱਥੋਂ ਚੋਣ ਲੜਾਈ ਸੀ ਜੀ। ਉਹ ਜਗਦੀਸ਼ ਸਿੰਘ ਗਰਚਾ ਉਹਦੇ ਚ MLA ਵੀ ਬਣ ਗਿਆ ਸੀ ਤੇ ਫਿਰ ਇਹਨਾਂ ਨੇ ਵਜ਼ੀਰ ਵੀ ਬਣਾ ਲਿਆ ਸੀ। ਗੱਲ ਤੁਹਾਡੀ ਠੀਕ ਹੈ ਕਿ ਜਦੋਂ ਬੰਦੇ ਦੇ ਕੋਲੇ ਪਾਵਰ ਹੁੰਦੀ ਹੈ, ਮੰਤਰੀ ਹੁੰਦੇ ਹੈ ਤੇ ਉਦੋਂ ਉਹਨਾਂ ਦੇ ਨਾਲ ਅੱਗੇ ਪਿੱਛੇ ਗਨਮੈਨ ਵਗੈਰਾ ਹੁੰਦੇ ਹੈ, ਸਾਰਾ ਹਿਸਾਬ ਕਿਤਾਬ ਹੁੰਦਾ ਤੇ ਜਿਵੇਂ ਜਿਵੇਂ ਪੁਰਾਣਾ ਹੁੰਦਾ ਜਾਂਦਾ ਫਿਰ ਲੋਕ ਵੀ ਭੁੱਲ ਜਾਂਦੇ ਵੀ ਕੋਈ ਹੁੰਦਾ ਸੀ ਜੀ। ਹੁਣ ਉਹ ਜਿਹੜੇ ਹੈ ਕੋਈ ਮਹਾਰਾਜਾ ਰਣਜੀਤ ਸਿੰਘ ਨਗਰ ਆਏ ਕਹਿੰਦੇ ਇਧਰਲੇ ਪਾਸੇ ਪੱਖੋਵਾਲ ਰੋਡ ਵਾਲੇ ਪਾਸੇ ਹੈਗਾ, ਉੱਥੇ ਉਹਨਾਂ ਦੀ ਕੋਠੀ ਪਾਈ ਹੋਈ ਹੈ। ਇੱਕ ਉਹਨਾਂ ਦਾ ਬੇਟਾ ਹੈ ਬੌਬੀ। ਇਹ ਪੱਖੋਵਾਲ ਰੋਡ ਕਹਿ ਦਿੰਦੇ ਜੀ, ਪੱਖੋਵਾਲ ਵਾਲੇ ਪਾਸੇ ਨਹੀਂ, ਜਿੱਥੇ ਉਹ ਭਾਈਵਾਲਾ ਚੌਂਕ ਆ, ਭਾਈਵਾਲੇ ਚੌਂਕ 'ਚ 5 ਸਟਾਰ ਹੋਟਲ ਹੈ ਨਾ, ਉਹਦੇ ਮਗਰਲੇ ਪਾਸੇ ਜੀ ਘਰ। ਚਲੋ ਮਤਲਬ ਗੁਰਦੇਵ ਨਗਰ ਏਰੀਆ ਵੀ ਕਹਿੰਦੇ। ਗੁਰਦੇਵ ਇਹ ਇਹਨਾਂ ਨੇ ਰਣਜੀਤ ਸਿੰਘ ਨਗਰ ਲਿਖਿਆ ਹੋਇਆ ਸੀ ਅਖਬਾਰ ਵਾਲੇ ਨੇ। ਤੇ ਉੱਥੇ ਇਹਨਾਂ ਦਾ ਬੇਟਾ ਜਿਹੜਾ ਬਾਹਰ ਗਿਆ ਹੋਇਆ ਸੀ, ਇਹਨਾਂ ਦੀ ਵਾਈਫ ਤੇ ਇਹ ਸੀ ਦੋਨੇ ਤੇ 2 ਔਰਤਾਂ ਘਰੇ ਜੀ। ਇੱਕ ਨੌਕਰ ਹੈ ਕਿ ਸ਼ਾਇਦ ਉਹਨਾਂ ਦੀ ਰਿਸ਼ਤੇਦਾਰ ਸੀਗੀ। 4 ਜਾਣੇ ਤੇ 3 ਮਹੀਨੇ ਪਹਿਲਾਂ ਇਹਨਾਂ ਨੇ ਇੱਕ ਜਿਹੜਾ ਨੌਕਰ ਰੱਖਿਆ ਸੀ, ਘਰੇਲੂ ਨੌਕਰ। ਅੱਛਾ ਜੀ। ਉਹ 3 ਮਹੀਨਿਆਂ ਦੇ ਵਿੱਚੋਂ ਮੇਰਾ ਖਿਆਲ ਵੀ ਜਿਵੇਂ ਆਮ ਤੌਰ ਤੇ ਪੁਲਿਸ ਵਾਲਿਆਂ ਵੱਲੋਂ ਵਾਰ-ਵਾਰ ਵਾਰਨਿੰਗ ਦਿੱਤੀ ਜਾਂਦੀ ਵੀ ਭਾਈ ਤੁਸੀਂ ਬੰਦੇ ਦੀ ਜਿਹੜਾ ਥੌ ਪਤਾ ਲਾਓ, ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਦਿਓ, ਉਹਦਾ ਜਿਹੜਾ ਕੋਈ ਆਇਡੈਂਟੀਫਿਕੇਸ਼ਨ ਕਾਰਡ, ਆਧਾਰ ਵਗੈਰਾ ਉਹ ਦਿਓ, ਸਾਰਾ ਕੁਛ ਅਸੀਂ ਉਹਦੀ ਪੜਤਾਲ ਕਰ ਲਈਏ। ਉਹ ਆਪਾਂ ਕਰਦੇ ਨਹੀਂ, ਇਹਨਾਂ ਨੇ ਵੀ ਨਹੀਂ ਕੀਤੀ। ਉਹ ਬੰਦਾ 3 ਮਹੀਨਿਆਂ ਦੇ ਵਿੱਚ ਆਇਆ ਜੀ ਤੇ ਕੱਲ ਸ਼ਾਮ ਜਦੋਂ ਉਹਨੇ ਲੰਗਰ ਪਾਣੀ ਤਿਆਰ ਕੀਤਾ, ਪਰਸੋਂ ਸ਼ਾਮ ਨੂੰ ਲੰਗਰ ਪਾਣੀ ਤਿਆਰ ਕਰਕੇ ਛਕਾਤਾ। ਜਿਹਨੇ ਲੰਗਰ ਪਾਣੀ ਛਕ ਲਿਆ, 4 ਸੀ ਜੀ ਘਰੇ, 3 ਔਰਤਾਂ ਤੇ ਇੱਕ ਗਰਚਾ ਸਾਹਿਬ ਆਪ। ਅੱਛਾ ਜੀ। 4 ਹੀ ਸੌਂ ਗਏ। ਅੱਛਾ। ਪੂਰੀ ਡੂੰਗੀ ਨੀਂਦ ਸਵਾਦ, ਬੇਹੋਸ਼ ਹੋ ਗਏ ਜੀ। ਬੇਹੋਸ਼ ਹੋਣ ਤੋਂ ਬਾਅਦ ਜਿੰਨਾ ਘਰੇ ਸੋਨਾ ਪਿਆ ਸੀ ਤੇ ਪੈਸਾ ਧੇਲਾ ਪਿਆ ਸੀ ਉਹ ਚੱਕ ਕੇ ਬੰਦਾ ਫਰਾਰ ਹੋ ਗਿਆ। ਸਵੇਰੇ ਆਇਆ ਜਿਹੜਾ ਆਪਣਾ ਗੇਟਮੈਨ ਨੇ ਆ ਕੇ ਆਵਾਜ਼ਾਂ ਮਾਰੀਆਂ, ਨਾ ਕਿਸੇ ਨੇ ਖੋਲ੍ਹਿਆ। ਫਿਰ ਉਹਨੇ ਗੁਆਂਢੀਆਂ ਨੂੰ ਦੱਸਿਆ। ਗੁਆਂਢ ਇੱਕ BJP ਦਾ ਲੀਡਰ ਰਹਿੰਦਾ ਮਿਸਟਰ ਸ਼ਰਮਾ ਜੀ ਨੂੰ ਦੱਸਿਆ। ਸ਼ਰਮਾ ਜੀ ਕਹਿੰਦੇ ਜੀ ਮੈਂ ਕਈ ਟੈਲੀਫੋਨ ਕੀਤੇ ਵੱਡੇ ਅਫਸਰਾਂ ਨੂੰ, ਕਿਉਂਕਿ ਵੱਡਾ ਬੰਦਾ ਸੀ ਤੇ ਉਹ ਵੀ ਆਪ ਲੀਡਰ ਹੈ। ਸ਼ਰਮਾ ਜੀ ਕਹਿੰਦੇ ਵੱਡੇ ਬੰਦਿਆਂ ਨੇ ਤਾਂ ਕਿਸੇ ਨੇ ਮੇਰੇ ਜਿਹੜਾ ਅਫਸਰਾਂ ਨੇ ਫੋਨ ਹੀ ਨਹੀਂ ਅਟੈਂਡ ਕੀਤਾ। ਫਿਰ ਹੇਠਲੀ ਪੁਲਿਸ ਨੂੰ ਪਤਾ ਲੱਗਿਆ, ਹੇਠਲੀ ਪੁਲਿਸ ਆਈ ਤੇ ਉਹਨਾਂ ਨੇ ਜੀ ਚੁਕਾ ਕੇ ਉਹਨਾਂ ਨੂੰ ਲੈ ਗਏ ਹਸਪੀਟਲ 'ਚ। ਬਾਅਦ ਦੇ ਵਿੱਚ ਮਨਦੀਪ ਸਿੰਘ ਸਿੱਧੂ ਹੋਰੀ ਜਿਹੜੇ ਉਸ ਦੇ ਕਮਿਸ਼ਨਰ ਪੁਲਿਸ ਹੈ ਜੀ, ਉਹ ਆਪਦੇ ਵੱਡੇ ਸੀਨੀਅਰ ਅਫਸਰਾਂ ਨੂੰ ਲੈ ਕੇ ਆਏ ਤੇ ਉਹਨੂੰ ਕੋਠੀ ਨੂੰ ਸੀਲ ਕਰਤਾ। ਇਹਨਾਂ ਦਾ ਬੇਟਾ ਬੌਬੀ ਹੈ, ਮੇਰਾ ਖਿਆਲ ਉਹਦਾ ਨਾਮ ਬੌਬੀ ਗਰਚਾ ਜੀ, ਉਹ ਦਿੱਲੀ ਗਿਆ ਹੋਇਆ ਸੀ। ਉਹਨੂੰ ਇਨਫੋਰਮੇਸ਼ਨ ਦਿੱਤੀ, ਫਿਰ ਉਹਨੂੰ ਭੇਜ ਕੇ। ਹੁਣ ਤਾਂ ਪਤਾ ਨਹੀਂ ਸਥਿਤੀ ਕੀ ਹੈ। ਕੱਲ ਸ਼ਾਮ ਤੱਕ ਸਥਿਤੀ ਹੈ ਜਿਹੜੀ ਉਹਨਾਂ ਦੀ ਕਾਫੀ ਕ੍ਰਿਟੀਕਲ ਨਾਜ਼ੁਕ ਸੀਗੀ। ਸੋ ਗੱਲ ਮਾੜੀ ਹੋਈ, ਨਹੀਂ ਹੋਣੀ ਚਾਹੀਦੀ। ਪਰ ਇਹਦੇ 'ਚ ਇਹ ਇੱਕ ਸਭ ਕੇ ਨਿਕਲਦਾ ਹੈ ਕਿ ਜਦੋਂ ਕਿਸੇ ਨੂੰ ਨੌਕਰ ਰੱਖਣਾ, ਖਾਸ ਕਰਕੇ ਜਿਹਨੇ ਥੋੜਾ ਲੰਗਰ ਪਾਣੀ ਤਿਆਰ ਕਰਨਾ, ਕੁਝ ਵੀ ਕਰਨਾ, ਤੁਸੀਂ ਉਹਦੀ ਪੂਰੀ ਵੈਰੀਫਿਕੇਸ਼ਨ ਕਰੋ ਜੀ। ਔਰ ਵੈਰੀਫਿਕੇਸ਼ਨ ਆਪ ਵੀ ਕਰੋ ਤੇ ਪੁਲਿਸ ਤੋਂ ਵੀ ਕਰਵਾਓ ਤੇ ਪੁਲਿਸ ਨੂੰ ਬਕਾਇਦਾ ਜਿਹੜੀ ਹੈ ਉਹਦੀ ਸੂਚਨਾ ਦਿਓ ਜੀ। ਤੇ ਹੁਣ ਆਪਾਂ ਗੱਲ ਕਰੀਏ ਜੀ ਸ਼ਿਵ ਸੈਨਾ ਦੇ ਵਿਧਾਇਕਾਂ ਬਾਰੇ। ਵਾਰ-ਵਾਰ ਇਹਨਾਂ ਦਾ ਜਿਹੜਾ ਫੈਸਲਾ ਉਹ ਲਟਕਾਇਆ ਜਾ ਰਿਹਾ, ਉੱਠ ਦੇ ਬੁੱਲ ਵਾਲਾ ਕੰਮ ਹੋਇਆ ਪਿਆ। ਇਹ ਦਾਨੇਵਾਲੀਆ ਜੀ ਅਸਲ ਦੇ ਵਿੱਚ ਸ਼ਿਵ ਸੈਨਾ ਦੇ ਵਿੱਚੋਂ ਏਕਨਾਥ ਸ਼ਿੰਦੇ ਦੀ ਅਗਵਾਈ ਦੇ ਵਿੱਚ ਪਹਿਲਾਂ 16 ਬੰਦਿਆਂ ਨੇ ਬਗਾਵਤ ਕੀਤੀ ਸੀ। ਉਹ 16 ਦੇ 16 ਬੰਦੇ ਫਿਰ ਉੱਥੇ ਚੱਕ ਕੇ ਤੇ ਹੋਰਾਂ ਸਟੇਟਾਂ 'ਚ ਲੈ ਗਏ ਸੀ BJP ਵਾਲੇ। ਤੇ ਉਹਨਾਂ ਦਾ ਫਿਰ ਜਿਹੜਾ ਹੈਗਾ ਕਾਫਲਾ ਵੱਧਦਾ ਗਿਆ ਤੇ ਬਾਅਦ ਦੇ ਵਿੱਚ ਤਾਂ ਮੇਰੇ ਖਿਆਲ 50 ਦੇ ਕਰੀਬ ਹੋ ਗਏ ਸੀ ਜੀ। ਉਧਵ ਠਾਕਰੇ ਦੇ ਕੋਲੇ ਬੰਦੇ ਰਹਿ ਗਏ ਸੀ ਥੋੜੇ। ਉਧਵ ਠਾਕਰੇ ਘੱਟ ਗਿਣਤੀ 'ਚ ਰਹਿ ਗਿਆ। ਗਵਰਨਰ ਨੇ ਕਹਿਤਾ ਕਿ ਤੁਸੀਂ ਆਪਣਾ ਬਹੁਮਤ ਸਾਬਤ ਕਰੋ। ਇਹ ਬੰਦੇ ਕਹਿੰਦੇ ਉਹਨਾਂ ਨੇ ਬਹੁਮਤ ਸਾਬਤ ਕੀਤੇ ਤੋਂ ਬਗੈਰ ਹੀ ਆਪਣੇ ਆਪ ਅਸਤੀਫਾ ਦਿੱਤਾ ਸੀ ਜੀ। ਇਹ ਮਾਮਲਾ ਫਿਰ ਸੁਪਰੀਮ ਕੋਰਟ 'ਚ ਗਿਆ। ਸੁਪਰੀਮ ਕੋਰਟ ਨੇ ਕਿਹਾ ਕਿ ਜਿਸ ਢੰਗ ਦੇ ਨਾਲ ਇਹ ਦਲ ਬਦਲੀ ਹੋਈ ਹੈ, ਦਲ ਬਦਲੀ ਇਹਨੂੰ ਇਹ ਨਹੀਂ ਕਹਿ ਸਕਦੇ ਆਪਾਂ ਪਾਰਟੀ ਟੁੱਟ ਗਈ, ਕਿਉਂਕਿ ਜਿਹੜਾ ਵਿਪ ਹੈ ਉਹ ਵਿਪ ਜਿਹੜਾ ਪ੍ਰੈਜ਼ੀਡੈਂਟ ਨੇ ਜਾਰੀ ਕਰਨਾ ਹੁੰਦਾ, ਨਾ ਕਿ ਅਸੈਂਬਲੀ ਨੇ। ਇਹਦੇ ਤੇ ਕਾਫੀ ਉਹਨਾਂ ਨੇ ਗੱਲ ਕੀਤੀ ਸੀ। ਉਹ ਕਹਿੰਦੇ ਵੀ ਜੇ ਇਹ ਅਸਤੀਫਾ ਨਾ ਦਿੰਦਾ ਤਾਂ ਸ਼ਾਇਦ ਸਰਕਾਰ ਬਹਾਲ ਵੀ ਹੋ ਜਾਂਦੀ, ਪਰ ਇਹਨੇ ਅਸਤੀਫਾ ਦਿੱਤਾ, ਵੱਖਰੀ ਗੱਲ ਹੈ।
ਉਹਦੇ 'ਚ ਦਾਨੇਲੀਆ ਸਾਹਿਬ ਉਹਨਾਂ ਨੇ ਨਾ ਇੱਕ ਕੰਪਲੇਂਟ ਕੀਤੀ ਸੀ ਜਦੋਂ 16 ਬੰਦੇ ਪਾਸੇ ਹੋਏ ਆ ਕਿ ਇਹਨਾਂ ਬੰਦਿਆਂ ਨੇ ਵਿਪ ਦੀ ਉਲੰਘਣਾ ਕਰਤੀ। ਇਹ ਬੰਦੇ 16 ਦੇ 16 ਜਿਹੜੇ ਬਗਾਵਤ ਕਰ ਗਏ ਤੇ ਇਹਨਾਂ ਨੂੰ ਡਿਸਕੁਆਲੀਫਾਈ ਕੀਤਾ ਜਾਵੇ ਜੀ। ਉਹਦੇ ਤੇ ਜਿਹੜਾ ਡਿਪਟੀ ਸਪੀਕਰ ਸੀਗਾ, ਡਿਪਟੀ ਸਪੀਕਰ ਨੇ ਜੇ ਕੋਈ ਫੈਸਲਾ ਨਹੀਂ ਲਿਆ ਸੀ। ਉਹ ਤੋਂ ਬਾਅਦ ਸਪੀਕਰ ਹੈ ਨਹੀਂ ਸੀ, ਫਿਰ ਸਪੀਕਰ ਦੀ ਚੋਣ ਹੋ ਗਈ। ਉਹ ਮਾਮਲਾ ਉਦੋਂ ਤੋਂ ਪੈਂਡਿੰਗ ਪਿਆ ਸੀ। ਸੁਪਰੀਮ ਕੋਰਟ 'ਚ ਚਲੇ ਗਏ ਇਹ ਵੀ ਚਲੇ ਗਏ ਤੇ ਉਹ ਵੀ ਚਲੇ ਗਏ। ਉਹਨਾਂ ਨੇ ਕਹਿਤਾ ਜੀ ਆ ਬਹੁ ਗਿਣਤੀ ਸਾਡੇ ਨਾਲ ਆ ਗਈ ਤੇ ਉਦੋਂ ਠਾਕਰੇ ਘੱਟ ਗਿਣਤੀ 'ਚ ਰਹਿ ਗਏ। ਅਸਲ ਪਾਰਟੀ ਤਾਂ ਸਾਡੀ ਹੈ। ਔਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਅਸਲ ਪਾਰਟੀ ਜਿਹੜੀ ਹੈ ਏਕਨਾਥ ਸ਼ਿੰਦੇ ਵਾਲੀ ਮੰਨ ਲਈ ਜੀ। ਉਹਨਾਂ ਨੂੰ ਚੋਣ ਨਿਸ਼ਾਨਾ ਅਲਾਟ ਕਰਨ ਵਾਲੀ ਗੱਲ ਵੀ ਕਰ ਦਿੱਤੀ। ਉਹਨਾਂ ਨੇ ਕਹਿਤਾ ਵੀ ਅਸਲ ਇਹ ਪਾਰਟੀ ਤੇ ਉਹਦਾ ਨਾਂ ਜਿਹੜੀ ਉਧਵ ਠਾਕਰੇ ਵਾਲੀ ਆ, ਉਹਦਾ ਨਾਂ ਉਧਵ ਠਾਕਰੇ ਵਾਲੀ ਯੂ ਲਾਤਾ ਮੂਹਰੇ ਜੀ। ਵੀ ਇਹ ਉਹ ਬਣ ਗਈ। ਇਹਦੇ ਤੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਮਾਮਲੇ ਨੂੰ ਐਡਮਿਟ ਕੀਤਾ, ਇਹ ਤੇ ਮੁੱਢਲੀ ਸੁਣਵਾਈ ਕੀਤੀ ਤੇ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਹਦਾਇਤ ਦਿੱਤੀ ਸੀ ਸਪੀਕਰ ਨੂੰ ਕਿ ਇਸ ਮਾਮਲੇ ਦਾ ਨਿਪਟਾਰਾ ਜਿਹੜਾ ਦਲ ਬਦਲੀ ਵਾਲੇ ਕਾਨੂੰਨ ਦਾ ਇਸ ਡਾਇਰੈਕਸ਼ਨ ਦੇ ਵਿੱਚ ਤੁਸੀਂ ਛੇਤੀ ਕਰੋ। ਜੀ। ਜੇ ਉਹ ਛੇਤੀ ਕਰਦੇ ਤਾਂ ਜਿਹੜੇ 16 ਬੰਦੇ ਪਹਿਲਾਂ ਗਏ ਉਹ ਡਿਸਕੁਆਲੀਫਾਈ ਹੁੰਦੇ। ਠੀਕ ਹੈ ਜੀ। ਉਹਨਾਂ ਨੇ ਹੁਣ ਤਰੀਕਾਕਾਰ ਇਹ ਅਡਾਪਟ ਕਰ ਲਿਆ ਵੀ ਆਪਾਂ ਫੈਸਲਾ ਹੀ ਨਾ ਕਰੋ ਅੱਛਾ ਜੀ। ਸਪੀਕਰ ਕੋਲੇ। ਫਿਰ ਇਹ ਮਾਮਲਾ ਮਈ ਮਹੀਨੇ ਦੇ ਵਿੱਚ ਉਹਨਾਂ ਨੇ ਫੈਸਲਾ ਕੀਤਾ ਸੀ। ਪਿਛਲੇ ਦਿਨਾਂ ਦੇ ਵਿੱਚ ਫਿਰ ਇੱਕ ਹੋਰ ਪਟੀਸ਼ਨ ਪਾਤੀ, ਨਵੀਂ ਪਾਤੀ ਵੀ ਜੀ ਇਹ ਤਾਂ ਸਪੀਕਰ ਸਾਹਿਬ ਤਾਂ ਕੁਝ ਕਰਦੇ ਹੀ ਨਹੀਂ। ਤਾਂ ਮਾਨਯੋਗ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਭਾਈ ਤੁਸੀਂ ਇਹਦੇ 'ਤੇ ਛੇਤੀ ਕਾਰਵਾਈ ਕਰੋ। ਜੀ। ਉਹ ਤੋਂ ਬਾਅਦ ਉਹਨਾਂ ਨੇ ਇੱਕ ਨੋਟਿਸ ਦਿੱਤਾ, ਲਿਆਓ ਜੀ ਆਪਣਾ ਪੱਖ ਰੱਖੋ। ਪੱਖ ਰੱਖਣ ਤੋਂ ਬਾਅਦ ਫਿਰ ਸਪੀਕਰ ਸਾਹਿਬ ਸੌਂ ਗਏ। ਹੁਣ ਉਹ ਮਾਮਲਾ ਫਿਰ ਕੱਲ੍ਹ ਆ ਗਿਆ ਸੁਪਰੀਮ ਕੋਰਟ 'ਚ। ਜੀ। ਕੱਲ੍ਹ ਜੋ ਸੁਪਰੀਮ ਕੋਰਟ ਦੇ ਵਿੱਚ ਆਇਆ ਤੇ ਉੱਥੇ ਕਪਲ ਸਿਬਲ ਜਿਹੜਾ ਹੈਗਾ ਦੂਜੇ ਪਾਸਿਓਂ ਹੈ ਉਧਵ ਠਾਕਰੇ ਵੱਲੋਂ। ਜੀ। ਇਧਰਲੇ ਪਾਸੇ ਤੁਸ਼ਾਰ ਮਹਿਤਾ ਜਿਹੜੇ ਸੋਲਿਸਿਟਰ ਜਨਰਲ ਇੰਡੀਆ ਦੇ ਉਹ ਹੈਗੇ ਹੈ ਮਹਾਰਾਸ਼ਟਰ ਸਰਕਾਰ ਵੱਲੋਂ, ਭਾਵ ਏਕਨਾਥ ਸ਼ਿੰਦੇ ਵੱਲੋਂ। ਜਦੋਂ ਮਾਨਯੋਗ ਸੁਪਰੀਮ ਕੋਰਟ ਦੇ ਸਾਹਮਣੇ ਕਪਲ ਸਿਬਲ ਨੇ ਕਿਹਾ ਜੀ ਤੁਸੀਂ ਬਾਰ-ਬਾਰ ਮਤਲਬ ਜਿਹੜਾ ਹੁਕਮ ਦੇਈ ਜਾਂਦੇ ਤੇ ਸਪੀਕਰ ਸਾਹਿਬ ਹੁਕਮ ਨਹੀਂ ਮੰਨਦੇ। ਤੁਸ਼ਾਰ ਮਹਿਤਾ ਨੇ ਇੱਥੇ ਕਿਹਾ ਜੀ ਸਪੀਕਰ ਸਾਹਿਬ ਕਨਸਟੀਟਿਊਸ਼ਨਲ ਪੋਸਟ ਤੇ ਹੈ ਜੀ, ਉਹਨਾਂ ਕੋਲੇ ਹੋਰ ਬਹੁਤਾ ਕੰਮ ਹੈ, ਉਹ ਹੁਕਮ ਥੋੜਾ ਮੰਨਣਗੇ। ਅਜੇ ਕਪਲ ਸਿਬਲ ਦਾ ਬੋਲਣਾ ਹੀ ਸੀਗਾ ਤੇ ਫਿਰ ਬੋਲ ਪਏ ਚੀਫ ਡਾਇਰੈਕਟਰ ਆਪਣਾ ਚੀਫ ਜਸਟਿਸ ਆਫ ਇੰਡੀਆ DY ਚੰਦਰਾਚੂੜ ਸਾਹਿਬ। ਉਹ ਕਹਿੰਦੇ ਜਿਹੜਾ 10th ਸ਼ਡਿਊਲ ਹੈ ਨਾ, 10th ਸ਼ਡਿਊਲ ਜਿਹੜਾ ਹੈਗਾ ਉਹ ਸਪੀਕਰ ਨੂੰ ਇੱਕ ਆਰਬੀਟ੍ਰੇਟਰ ਦਾ ਜੀ ਰੁਤਬਾ ਦਿੰਦਾ। ਸੁਪਰੀਮ ਕੋਰਟ ਜਿਹੜੀ ਹੈ ਇਹਦੇ ਸਾਹਮਣੇ ਜਵਾਬਦੇਹ ਹੈ। ਇੱਕ ਵਾਰੀ ਉਹਨੇ ਰੈਜੂ ਆਪਣਾ ਥੋੜਾ ਨੋਟਿਸ ਜਾਰੀ ਕਰਤਾ ਤੇ ਉਦੋਂ ਗਾਹ ਨਹੀਂ ਬੋਲੇ। ਸਾਨੂੰ ਨਹੀਂ ਪਤਾ, ਸਾਨੂੰ ਇਹਦਾ ਇਮੀਡੀਏਟ ਜਿਹੜਾ ਹੈਗਾ ਦੱਸੋ। ਉਹਨਾਂ ਨੇ ਹਫ਼ਤੇ ਦੀ ਪੇਸ਼ੀ ਦਿੱਤੀ। ਅੱਛਾ ਜੀ। ਵੀ ਇਹ ਤੁਸੀਂ ਮੁਕਾਓ ਕੰਮ ਇਹਦਾ ਦਿਓ ਤੇ 2 ਹਫ਼ਤਿਆਂ ਨੂੰ ਫਿਰ ਆ ਜਾਓ ਦੁਬਾਰਾ, 1 ਹਫ਼ਤੇ ਦੇ ਵਿੱਚ ਇਹਦਾ ਕੁਝ ਕਰੋ। ਹੁਣ ਉਹਦੇ ਵਿੱਚ ਕੀ ਕਰਦੇ ਆ, ਕਿਉਂਕਿ ਹੁਣ ਸਥਿਤੀ ਇਸ ਵੇਲੇ ਇਹ ਬਣੀ ਵੀ ਹੈ ਜਿਵੇਂ ਕਿ ਪਾਰਲੀਮੈਂਟ ਦੇ ਵਿੱਚ ਆ ਰਹੀ ਹੈ ਕਿ ਸ਼ਾਇਦ ਪਾਰਲੀਮੈਂਟ ਦੇ ਵਿੱਚ ਇੱਕ ਰਾਜ ਇੱਕ ਚੋਣ ਤੇ ਇੱਕ ਦੇਸ਼ ਵਾਲੀ ਗੱਲ ਆ ਜੇ। ਜੇ ਉਹ ਆਉਂਦੀ ਹੈ ਤਾਂ ਹੁਣ ਉੱਥੇ ਕੀ ਕਰਨ? ਜਾਂ ਤਾਂ ਮਤਲਬ ਇਹ ਹੋਊਗਾ ਵੀ ਫਿਰ ਸਾਰੀਆਂ ਅਸੈਂਬਲੀਆਂ ਤੋੜਨੀਆਂ ਪੈਣਗੀਆਂ, ਜਾਂ ਫਿਰ ਜਿਹੜੇ ਹੁਣ ਆ ਰਹਿੰਦੇ ਇਹਨਾਂ ਦੇ ਨਾਲ ਮਿਲਾ ਲੈਣ। ਇਹਨਾਂ ਦੇ ਨਾਲ ਆਪ ਆ ਜਾਓ ਪਹਿਲਾਂ। ਨਹੀਂ ਜੀ, ਹਾਂ ਪਾਰਲੀਮੈਂਟ ਵੀ ਪਹਿਲਾਂ ਆ ਸਕਦੀ ਹੈ। ਹਾਂ ਪਾਰਲੀਮੈਂਟ ਵੀ ਪਹਿਲਾਂ ਆ ਸਕਦੀ ਹੈ। ਉਹ ਹੈ ਉਹ ਹੁਣ ਇਹ ਮਤਲਬ ਲਮਕਾਉਂਦੇ ਆ ਉਹਨੂੰ ਤੇ ਸੁਪਰੀਮ ਕੋਰਟ ਨੇ ਉਹਨੂੰ ਕਹਿਤਾ ਵੀ ਹੁਣ ਲਮਕਾਉਣ ਵਾਲਾ ਮਾਮਲਾ ਬਰਦਾਸ਼ਤ ਨਹੀਂ ਕਰਾਂਗੇ ਜੀ। ਮਤਲਬ ਜਿਵੇਂ DY ਚੰਦਰਾਚੂੜ ਸਾਹਿਬ ਜਿਸ ਢੰਗ ਦੇ ਨਾਲ ਚੱਲੇ ਹੋਏ ਹੈ ਉਹਦੇ ਤੋਂ ਲੱਗਦਾ ਹੈ ਵੀ ਨਰਿੰਦਰ ਮੋਦੀ ਤੇ ਜਿਹੜੇ ਉਹਨਾਂ ਦੇ ਜਿਹੜੇ ਜੋਟੀਦਾਰ ਹੈ ਉਹਨਾਂ ਦੇ ਦਿਨ ਉਹਨਾਂ ਦੇ ਚੰਗੇ ਨਹੀਂ, ਦਿਨ ਮਾੜੇ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਫਿਲਹਾਲ ਇੰਨਾ ਹੀ। ਸੋ ਇਜਾਜ਼ਤ ਚਾਹੁੰਦੇ ਹਾਂ ਜੀ, ਤੁਹਾਡੇ ਨਾਲ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਸੋ ਸਾਨੂੰ ਦਿਓ ਇਜਾਜ਼ਤ।